अकाल की तब चलायो पंथ सब सिखन को हुक्म है गुरु मानियो सिख विरसा सिख विरसा जान है साडी इस नूं सारे प्यार करो। सब तेरा को नानक सब तेरी वड्याई कोई नाहू ना जाने मेरा। आद गुरु है ना मैं जुगाद गुरु है ना मैं वो सतगुरु है ना मैं श्री गुरुदेव नमः। .3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਨ ਹੈ 29 ਅੱਸੂ ਸੰਮਤ 555 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 15 ਅਕਤੂਬਰ 2023 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। सचे शबदनी चाण साजन मीत सखा कर एक साजन मीत सखा कर एक हर हर अखर मन में लेख हर
ਲੇਖ ਮਨ ਮਹਿ ਲੇਖ ਰਬ ਰਹਿਆ ਸਰਬਤ ਸੁਆਮੀ ਰਬ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਗਿਆਨ ਧਿਆਨ ਕਿਛੈ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਾਰ ਨ ਜਾਣਾ ਤੇਰੀ ਸਾਰ ਨ ਜਾਣਾ ਤੇਰੀ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ 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 ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਕੋਏ ਨਾ ਮੇਟੈ ਦਾਤ ਜਾ ਕੀ ਕੋਈ ਨਾ ਮੇਟੇ ਬਾਤ ਜਾ ਕੀ ਕੋਏ ਨਾ ਮੇਟੈ ਦਾਤ ਜਾ ਕੀ ਕੋਈ ਨਾ ਮੇਟੇ ਬਾਤ ਜਾ ਕੀ ਕੋਏ ਨਾ ਮੇਟੈ ਦਾਤ ਜਾ ਕੀ ਕੋਈ ਨਾ ਮੇਟੇ ਬਾਤ ਗੁਣ ਗਾਵੇ ਨਾਨਕ ਅੰਤਰ ਜਾਮੀ 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 ਗੋਬਿੰਦ ਕੀ ਬਾਣੀ ਗੋਬਿੰਦ ਕੀ ਬਾਣੀ ਗੋਬਿੰਦ ਕੀ ਬਾਣੀ ਗੋਬਿੰਦ ਕੀ ਬਾਣੀ ਜਪ ਮਨ ਮੇਰੇ ਜਪ ਮਨ ਮੇਰੇ ਗੋਬਿੰਦ ਕੀ ਬਾਣੀ 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 ਬਾਣੀ ਵਾਹੇ ਗੁਰੂ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕਰਦੇ ਹਾਂ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਸਵੈ ਬਖਸ਼ਿਸ਼ ਕੀਤਾ ਹੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ। ਹਰ ਉਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ।
ਉਪਦੇਸ ਗੁਰੂ ਸੁਣ ਮੰਨਿਆ, ਤੋਰ ਮਸਤਕ ਪੂਰਾ ਭਾਗ, ਹਰ ਉਤਮ ਹਰ ਪ੍ਰਭ ਗਾਵਿਆ, ਕਾਰਨਾਦ ਬਿਲਾਵਲ ਰਾਗ, ਉਪਦੇਸ ਗੁਰੂ ਸੁਣ ਮੰਨਿਆ, ਤੋਰ ਮਸਤਕ ਪੂਰਾ ਭਾਗ, ਸਭ ਦਿਨ ਸਰੈਣ ਗੁਣ ਉਚਰੈ, ਹਰ 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 ਔਰ ਲਿਵ ਲਾਗ, ਸਭ ਤਨ ਮਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ, ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਰਾਗ, ਜਨ ਨਾਨਕ ਜੀਵੈ ਦੇਖ ਹਰ, ਇਕ ਨਿਮਖ ਘੜੀ ਮੁਖ ਲਾਗ, ਮਹੱਲਾ ਤੀਜਾ। ਬਿਲਾਵਲ ਤਬ ਹੀ ਕੀਜੀਐ, ਜਬ ਮੁਖ ਹੋਵੈ ਨਾਮ, ਰਾਗ ਨਾਦ ਸ਼ਬਦ ਸੋਹਣੇ, ਜਾ ਲਾਗੈ ਸਹਿਜ ਧਿਆਨ, ਰਾਗ ਨਾਦ ਛੋੜ ਹਰ ਸੇਵੀਐ, ਤਾ ਦਰਗਹ ਪਾਈਐ ਮਾਨ, ਨਾਨਕ ਗੁਰਮੁਖ ਬ੍ਰਹਮ ਵਿਚਾਰੀਐ, ਚੁਕੈ ਮਨ ਅਭਿਮਾਨ, ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ, ਸਭ ਤੁਧ ਉਪਾਇਆ, ਤੂੰ ਆਪੇ ਆਪ ਵਰਤਦਾ, ਸਭ ਜਗਤ ਸਵਾਇਆ, ਤੁਧ ਆਪੇ ਤਾੜੀ ਲਾਈਐ, ਆਪੇ ਗੁਣ ਗਾਇਆ, ਹਰ ਧਿਆਵਹੁ ਭਗਤਹੁ ਦਿਨ ਸਰਾਤ, ਅੰਤ ਲਏ ਛਡਾਇਆ, ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ, ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ। ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਕੀ ਵਾਰ ਮਹੱਲਾ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਚੌਥਾ। ਹਰ ਉੱਤਮ ਹਰ ਪ੍ਰਭ ਗਾਵਿਆ, ਕਰ ਨਾਦ ਬਿਲਾਵਲ ਰਾਗ। ਉਪਦੇਸ਼ ਗੁਰੂ ਸੁਣ ਮੰਨਿਆ, ਧੁਰ ਮਸਤਕ ਪੂਰਾ ਭਾਗ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ। ਆਓ ਆਪ ਜੀ ਦੇ ਨਾਲ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸਾਂਝੀ ਕਰਦੇ ਹਾਂ, ਜਿਹੜੀ ਕਿ ਅਸੀਂ ਧੰਨਵਾਦ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ ਹਾਸਲ ਕੀਤੀ ਹੈ। ਬਿਲਾਵਲ ਕੀ ਬਾਰ ਮਹੱਲਾ ਚੌਥਾ, ਭਾਵ ਕਿ ਇਹ ਬਿਲਾਵਲ ਕੀ ਬਾਰ ਜਿਹੜੀ ਕਿ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਇਹ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਚੌਥਾ। ਹੇ ਭਾਈ, ਪਿਛਲੇ ਕੀਤੇ ਕਰਮਾਂ ਅਨੁਸਾਰ ਜਿਸ ਮਨੁੱਖ ਦੇ ਮੱਥੇ ਉੱਤੇ ਧੁਰ ਤੋਂ ਹੀ ਪੂਰਨ ਭਾਗ ਹੈ, ਜਿਸ ਦੇ ਹਿਰਦੇ ਵਿੱਚ ਪੂਰਨ ਭਲੇ ਸੰਸਕਾਰਾਂ ਦਾ ਲੇਖ ਉਗੜਦਾ ਹੈ, ਉਸਨੇ ਗੁਰੂ ਦਾ ਸ਼ਬਦ ਰੂਪ ਬਿਲਾਵਲ ਰਾਗ ਉਚਾਰ ਕੇ ਸਭ ਤੋਂ ਸ੍ਰੇਸ਼ਟ ਪ੍ਰਮਾਤਮਾ ਦੇ ਗੁਣ ਗਾਏ ਹਨ। ਉਸਨੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਵਸਾਇਆ ਹੈ। ਉਹ ਮਨੁੱਖ ਸਾਰਾ ਦਿਨ ਤੇ ਸਾਰੀ ਰਾਤ ਅੱਠੇ ਪੈਰ ਪਰਮਾਤਮਾ ਦੇ ਗੁਣ ਗਾਉਂਦਾ ਹੈ, ਕਿਉਂਕਿ ਉਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਯਾਦ ਦੀ ਲਗਨ ਲੱਗੀ ਰਹਿੰਦੀ ਹੈ। ਉਸ ਦਾ ਸਾਰਾ ਤਨ ਸਾਰਾ ਮਨ ਹਰਾ ਭਰਾ ਹੋ ਜਾਂਦਾ ਹੈ, ਆਤਮਿਕ ਜੀਵਨ ਦੇ ਰਸ ਦੇ ਨਾਲ ਭਰ ਜਾਂਦਾ ਹੈ। ਉਸ ਦਾ ਮਨ ਇਉਂ ਖਿੜ ਪੈਂਦਾ ਹੈ ਜਿਵੇਂ ਹਰਾ ਹੋਇਆ ਬਾਗ ਹੋਵੇ। ਗੁਰੂ ਦੀ ਦਿੱਤੀ ਹੋਈ ਆਤਮਿਕ ਜੀਵਨ ਦੀ ਸੂਝ ਉਸ ਦੇ ਅੰਦਰ ਮਨ ਨੂੰ ਦੀਵਾ ਰੋਸ਼ਨੀ ਕਰ ਦਿੰਦਾ ਹੈ। ਉਸ ਦੀ ਬਰਕਤ ਦੇ ਨਾਲ ਉਸ ਦੇ ਅੰਦਰੋਂ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਮਿਟ ਜਾਂਦਾ ਹੈ। ਹੇ ਹਰੀ, ਤੇਰਾ ਦਾਸ ਨਾਨਕ ਅਜਿਹੇ ਗੁਰਮੁਖ ਮਨੁੱਖ ਨੂੰ ਵੇਖ ਕੇ ਆਤਮਿਕ ਜੀਵਨ ਹਾਸਲ ਕਰਦਾ ਹੈ ਤੇ ਚਾਹੁੰਦਾ ਹੈ ਕਿ ਭਾਵੇਂ ਪਲ ਭਰ ਹੀ ਉਸ ਦਾ ਦਰਸ਼ਨ ਹੋਵੇ। ਹੇ ਭਾਈ, ਪੂਰਨ ਆਤਮਿਕ ਆਨੰਦ ਤਦੋਂ ਹੀ ਮਾਣਿਆ ਜਾ ਸਕਦਾ ਹੈ ਜਦੋਂ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਮੂੰਹ ਵਿੱਚ ਟਿਕਦਾ ਹੈ। ਹੇ ਭਾਈ, ਰਾਗ ਤੇ ਨਾਦ ਵੀ ਗੁਰੂ ਦੇ ਸ਼ਬਦ ਦੇ ਰਾਹੀਂ ਤਦੋਂ ਹੀ ਸੋਹਣੇ ਲੱਗਦੇ ਨੇ ਜਦੋਂ ਸ਼ਬਦ ਦੀ ਬਰਕਤ ਦੇ ਨਾਲ ਮਨੁੱਖ ਦੀ ਸੂਰਤ ਆਤਮਿਕ ਅਡੋਲਤਾ ਦੇ ਵਿੱਚ ਟਿਕੀ ਰਹਿੰਦੀ ਹੈ। ਹੇ ਭਾਈ, ਸੰਸਾਰਕ ਰਾਗ ਰੰਗ ਦਾ ਰਸ ਛੱਡ ਕੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਤਦੋਂ ਹੀ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਆਦਰ ਮਿਲਦਾ ਹੈ। ਹੇ ਨਾਨਕ, ਆਖ ਕਿ ਜੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਯਾਦ ਮਨ ਵਿੱਚ ਟਿਕਾਈਏ ਤਾਂ ਮਨ ਵਿੱਚ ਟਿਕਿਆ ਹੋਇਆ ਅਹੰਕਾਰ ਦੂਰ ਹੋ ਜਾਂਦਾ ਹੈ। ਹੇ ਹਰੀ, ਤੂੰ ਆਪ ਹੀ ਸਭ ਚੀਜ਼ਾਂ ਦਾ ਮਾਲਕ ਹੈ। ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ, ਪਰ ਤੂੰ ਜੀਵਾਂ ਦੀ ਪਹੁੰਚ ਤੋਂ ਪਰੇ ਹੈ। ਇਹ ਜੋ ਸਾਰਾ ਜਗਤ ਦਿਸ ਰਿਹਾ ਹੈ, ਇਸ ਦੇ ਵਿੱਚ ਹਰ ਥਾਂ ਤੂੰ ਆਪ ਹੀ ਆਪ ਵਿਆਪਕ ਹੈ। ਸਾਰੇ ਜੀਵਾਂ ਦੇ ਵਿੱਚ ਵਿਆਪਕ ਹੋ ਕੇ ਸਮਾਧੀ ਵੀ ਤੂੰ ਆਪ ਹੀ ਲਗਾ ਰਿਹਾ ਹੈ ਤੇ ਆਪਣੇ ਗੁਣ ਵੀ ਤੂੰ ਆਪ ਹੀ ਗਾ ਰਿਹਾ ਹੈ। ਹੇ ਸੰਤ ਜਨੋ, ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਧਿਆਨ ਧਰਿਆ ਕਰੋ। ਉਹ ਪਰਮਾਤਮਾ ਹੀ ਅੰਤ ਦੇ ਵਿੱਚ ਬਚਾਉਂਦਾ ਹੈ। ਜਿਸ ਵੀ ਮਨੁੱਖ ਨੇ ਉਸ ਦੀ ਸੇਵਾ ਭਗਤੀ ਕੀਤੀ, ਉਸ ਨੇ ਹੀ ਸੁਖ ਪ੍ਰਾਪਤ ਕੀਤਾ, ਕਿਉਂਕਿ ਉਹ ਸਦਾ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਰਾਗ ਬਿਲਾਵਲ ਦੇ ਵਿੱਚ। ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰੇ।
मेरे प्राण प्रभु जी प्रभु तू मेरे प्राण आधारे प्रभु तू मेरे प्राण आधारे प्रभु जी तू मेरे प्राण आधारे प्रभु जी तू मेरे प्राण आधारे प्रभु जी नमस्कार प्रभु जी प्रभु जी तू मेरे प्राण आधारे प्रभु जी प्रभु जी प्रभु तू मेरे प्राण आधारे प्रभु जी तू मेरे प्राण आधारे प्रभु उठत बैठ सोवत जाग उठत बैठ सोवत जाग हे मन दारे प्रभु जी हे मन
मेरी ओट मेरी ओट मेरी ओट तू मेरी ओट ओट तू मेरी ओट बाल बुध धन तुम ही मेरी मेरी ओट मेरी ओट मेरी ओट मेरी ओट तू मेरी ओट ओट तू मेरी ओट बाल बुध धन तुम ही तुम है मेरे परिवार प्रभु जी तुम है मेरे परिवार प्रभु जी जो तुम करो सोई फल हमारे जो तुम करो सोई फल हमारे एक नानक सुख चरणारे प्रभु एक नानक सुख चरणारे प्रभु ओ मेरे प्राण आधारे प्रभु ओ मेरे प्राण आधारे प्रभु नमस्कार अनक बार्यों बारे प्रभु अनक बार्यों बारे प्रभु तू मेरे प्राण आधारे प्रभु तू मेरे प्राण आधारे प्राण आधारे ਹਾਂਜੀ ਇਹ ਸਨ ਹੁਣੇ ਅਸੀਂ ਰਾਗ ਬਿਲਾਵਲ ਦੇ ਵਿੱਚ ਇਹ ਸ਼ਬਦ ਸਰਵਣ ਕੀਤਾ ਹੈ ਤੇ ਆਓ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਤੋਂ ਬਾਅਦ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ War of Bilawal, Fourth Mahal, one universal creator God, by the grace of the true Guru. Salok, Fourth Mahal. I sing of the sublime Lord, the Lord God, in the melody of Rag Bilawal. Hearing the Guru's teaching, I obey them. This is the preordained destiny written upon my forehead. All day and night I chant the glorious praises of the Lord Har Har Har. Within my heart I am lovingly attuned to Him. My body and mind are totally rejuvenated, and the garden of my mind has blossomed forth in lush abundance. The darkness of ignorance has been dispelled with the light of the lamp of the Guru's wisdom. Servant Nanak lives while beholding the Lord. Let me behold your face for a moment, even an instant. Third Mahal. Be happy and sing in Bilawal when the name of the Lord is in your mouth. The melody and music and the word of the Shabd are beautiful when one focuses his meditation on the celestial Lord. So leave behind the melody and music and serve the Lord, then you shall obtain honor in the court of the Lord. O Nanak, as Gurmukh, contemplate God and rid your mind of egotistical
Pride, Paudi. O Lord God, you yourself are inaccessible. You formed everything. You yourself are totally permeating and pervading the entire universe. You yourself are absorbed in the state of deep meditation. You yourself sing your glorious praises. Meditate on the Lord, O devotees, day and night. He shall deliver you in the end. Those who serve the Lord find peace. They are absorbed in the name of the Lord. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ ਤੇ ਅੱਜ ਦਾ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ 849 ਅੰਗ ਤੇ ਸ਼ੋਭਤ ਹੈ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਬਲਵੀਰ ਸਿੰਘ ਜੀ ਨੇ। कवन संजोग मिलो प्रभ अपने, कवन संजोग मिलो प्रभ अपने, कवन संजोग, कवन संजोग, कवन संजोग मिलो प्रभ अपने, कवन संजोग, कवन संजोग मिलो प्रभ अपने, कवन संजोग मिलो प्रभ अपने। पल पल निमख सदा हर जपने, पल पल निमख सदा हर जपने, कवन संजोग मिलो प्रभ अपने, कवन संजोग मिलो प्रभ अपने। कवन संजोग मिलो प्रभ अपने, कवन संजोग, पल पल निमख सदा हर जपने, पल पल निमख सदा हर जपने, कवन संजोग मिलो प्रभ अपने, कवन संजोग मिलो प्रभ अपने। राग बिलावल महला पंजवा, कवन संजोग मिलो प्रभ अपने, कवन संजोग मिलो प्रभ अपने, कवन संजोग मिलो प्रभ अपने, कवन संजोग मिलो प्रभ अपने।
चरण कमल प्रभ के नित ध्यावा। चरण कमल प्रभ के नित ध्यावा। कमन समत जत प्रीतम पावो। कवन संजोग मिलो प्रभ अपने। कवन संजोग मिलो प्रभ अपने। बिलावल महला पंजवा। कवन संजोग मिलो प्रभ अपने। पल पल निमक सदा हर जपने। रहाओ चरण कमल प्रभ के नित ध्यान। कवन सुमत जित प्रीतम पाओ। ऐसी कृपा करो प्रभ मेरे। ऐसी कृपा करो प्रभ मेरे। गरे गम गरे सा। गरे गम गरे सा। सा 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 गरे गम गरे सा। धबा 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 दम बम गा। गरे गम धबा दम बम गा मरे सा। सा कवन संजोग। पापा पानी निदा निसा सा 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 सा। पानी दा निसा सरे रे रे निदा धबा 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 मगा गम धबा मगा मरे सा। ऐसी कृपा करो प्रभ मेरे। ऐसी कृपा करो प्रभ मेरे। हर नानक बिसर न गाऊं बेरे। हर नानक बिसर न कहूँ बेरे। कवन संजोग मिलो प्रभ अपने। कवन संजोग। कवन संजोग मिलो प्रभ अपने। पल पल निमख सदा हर जपने। हर जपने हर जपने। कवन संजोग। कवन संजोग। कवन संजोग। ਹਾਂਜੀ, ਇਹ ਸਨ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਰਾਗ ਬਿਲਾਵਲ ਦੇ ਵਿੱਚ ਸ਼ਬਦ ਸਰਵਣ ਕੀਤਾ। ਤੇ ਉਸ ਤੋਂ ਪਹਿਲਾਂ ਅਸੀਂ ਰਾਗ ਬਿਲਾਵਲ ਦੇ ਵਿੱਚ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਉਹਨਾਂ ਦਾ ਗਾਇਨ ਕੀਤਾ ਹੋਇਆ ਸ਼ਬਦ ਸਰਵਣ ਕੀਤਾ ਸੀ। ਤੇ ਜਿਹੜੀਆਂ ਅੱਜ ਦੀਆਂ ਵਿਚਾਰਾਂ ਲੜੀਵਾਰ ਨੇ, ਉਹ ਜਿਵੇਂ ਸਾਡੇ ਸਰੋਤੇ ਜਾਣਦੇ ਨੇ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਕਥਾ ਪੁਰਾਤਨ ਇਉਂ ਸੁਣੀ ਸਤਵੀਰ ਸਿੰਘ ਜੀ ਉਹਨਾਂ ਦਾ ਲਿਖੀ ਹੋਈ ਹੈ ਜਿਹੜੀ ਕਿਤਾਬ ਹੈ, ਪਹਿਲੀ ਕਿਤਾਬ, ਉਹਦੇ ਵਿੱਚੋਂ ਜਿਹੜੇ ਸ਼ਬਦ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਾਂ। ਤੇ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਜਿਸ ਤਰ੍ਹਾਂ ਜਿਹੜਾ ਹੈ 6ਵੇਂ ਪਾਤਸ਼ਾਹ ਦੇ ਬਚਪਨ ਬਾਰੇ ਜਿਹੜਾ ਹੈ ਲਿਖਿਆ ਹੈ, ਉਸ ਗੱਲ ਤੋਂ ਗੁਰਬਾਲ ਜੀਵਨ ਜਿਹੜਾ ਹੈ ਗੁਰੂ ਪ੍ਰਕਾਸ਼ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਉਹਦੇ ਬਾਰੇ ਕੁਝ ਕੁ ਜਿਹੜੀਆਂ ਗੱਲਾਂ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ, ਉਹਨਾਂ ਨੂੰ ਹੀ ਅਸੀਂ ਅੱਗੇ ਵਧਾਵਾਂਗੇ। ਆਓ ਉਸ ਤੋਂ ਪਹਿਲਾਂ ਇੱਕ ਹੋਰ ਸ਼ਬਦ ਪ੍ਰੋਫੈਸਰ ਸੁਰਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਸਰਵਣ ਕਰਦੇ ਹਾਂ। ਬਿਲਾਵਲ
ਮਹੱਲਾ ਪਹਿਲਾ। ਛੰਤ ਦਖਣੀ ਇਕ ਓੰਕਾਰ ਸਤਿਗੁਰ ਪ੍ਰਸਾਦ। ਹਾਂਜੀ, ਇਹ ਸੀਗਾ ਸ਼ਬਦ ਜਿਹੜਾ ਕਿ ਬਿਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ। ਦੱਖਣ ਦਾ ਸੰਗੀਤ ਇਸ ਕਰਕੇ ਥੋੜਾ ਜਿਹੜਾ ਹੈ ਅਸੀਂ ਮਹਿਸੂਸ ਕੀਤਾ ਹੋਵੇਗਾ ਕਿ ਆਮ ਜਿਹੜਾ ਕੀਰਤਨ ਸੁਣਦੇ ਹਾਂ ਤਾਂ ਥੋੜਾ ਜਿਹਾ ਵੱਖ ਹੈ। ਦੱਖਣ ਦਾ ਰਾਗ ਬਿਲਾਵਲ ਹੈ ਤੇ ਆਓ ਇਸ ਸ਼ਬਦ ਦੇ ਜਿਹੜੇ ਹੈ ਅਰਥ ਨੇ, ਸ਼ਬਦ ਅਰਥ ਨੇ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਰਾਗ ਬਿਲਾਵਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਇਹ ਸ਼ੰਤ ਦੱਖਣੀ ਹੈ। ਬਿਲਾਵਲ ਫਸਟ ਮਹਿਲ ਸ਼ੰਤ ਦੱਖਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ। ਵਨ ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦੀ ਗ੍ਰੇਸ ਆਫ ਦੀ ਟਰੂ ਗੁਰੂ।
ਮੁੰਦ ਨਵੇਲੜੀਆ ਗੋਇਲ ਆਈ ਰਾਮ। ਥੋੜੇ ਦਿਨਾਂ ਦੇ ਵਸੇਬੇ ਵਾਸ ਵਾਲੇ ਇਸ ਜਗਤ ਦੇ ਵਿੱਚ ਆ ਕੇ ਜਿਹੜੀ ਜੀਵ ਇਸਤਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ, the young innocent soul bride has come to the pastureless lands of the world. ਮਟਕੀ ਡਾਰ ਧਰੀ ਹਰ ਲਿਵ ਲਾਈ ਰਾਮ। ਇਹ ਜਿਹੜੀ ਜੀਵ ਇਸਤਰੀ ਹੈ, ਇਸ ਨੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸੁਰਤ ਜੋੜੀ ਹੋਈ ਹੈ ਅਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ। Laying aside her picture of the worldly concern, she lovingly attunes herself to her Lord. ਲਿਵ ਲਾਏ ਹਰ ਸਿਉ ਰਹੀ, ਗੋਇਲ ਸਹਿਜ ਸ਼ਬਦ ਸਿਗਾਰੀਆ। ਜਿਹੜੀ ਪ੍ਰਭੂ ਚਰਨਾਂ ਦੇ ਵਿੱਚ ਪ੍ਰੀਤ ਜੋੜ ਕੇ ਇਸ ਜਗਤ ਦੇ ਵਿੱਚ ਜੀਵਨ ਬਿਤਾਉਂਦੀ ਹੈ, ਉਹ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਸਤਿਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ। She remains lovingly absorbed in the pasture of the Lord, automatically embellished with the word of the Shabad. ਕਰ ਜੋੜ ਗੁਰ ਪਹਿ ਕਰ ਬਨੰਤੀ, ਮਿਲਹੁ ਸਾਚ ਪਿਆਰੀਆ। ਉਹ ਸਦਾ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ ਕਿ ਹੇ ਗੁਰੂ, ਮੈਨੂੰ ਮਿਲ ਤਾਂ ਕਿ ਮੈਂ ਤੇਰੀ ਕਿਰਪਾ ਦੇ ਨਾਲ ਸਦਾ ਸਿਰ ਪ੍ਰਭੂ ਦੇ ਨਾਮ ਦੇ ਵਿੱਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ। With her palms pressed together, she prays to the Guru to unite her with her true beloved Lord. ਧਨ ਪਾਏ ਭਗਤੀ ਦੇਖ, ਪ੍ਰੀਤਮ ਕਾਮ ਕ੍ਰੋਧ ਨਿਵਾਰਿਆ। ਅਜਿਹੀ ਜੀਵ ਇਸਤਰੀ ਪ੍ਰੀਤਮ ਪ੍ਰਭੂ ਦੀ ਭਗਤੀ ਦੀ ਰਾਹੀਂ ਪ੍ਰੀਤਮ ਪ੍ਰਭੂ ਦੇ ਪ੍ਰੇਮ ਦੇ ਵਿੱਚ ਟਿਕ ਕੇ ਉਸ ਦਾ ਦਰਸ਼ਨ ਕਰਕੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦੀ ਹੈ। Seeing his bride's loving devotion, the beloved Lord eradicates unfulfilled sexual desire and unresolved anger. ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰਸਾ ਧਾਰੀਆ। ਹੇ ਨਾਨਕ, ਪਵਿੱਤਰ ਤੇ ਸੋਹਣੇ ਜੀਵਨ ਵਾਲੀ ਉਹ ਜੀਵ ਇਸਤਰੀ ਪ੍ਰਭੂ ਪਤੀ ਦਾ ਦੀਦਾਰ ਕਰਕੇ ਉਸ ਦੀ ਯਾਦ ਨੂੰ ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ। O Nanak, the young innocent bride is so beautiful, seeing her husband Lord, she is comforted. ਸੱਚ ਨਵੇਲੜੀਏ ਜੋਬਨ ਵਾਲੀ ਰਾਮ। ਹੇ ਸਦਾ ਥਿਰ ਪ੍ਰਭੂ ਦੇ ਵਿੱਚ ਜੁੜ ਕੇ ਵਿਕਾਰਾਂ ਤੋਂ ਬਚੀ ਜੀਵ ਇਸਤਰੀਏ, ਜਵਾਨੀ ਦੇ ਵਿੱਚ ਵੀ ਭੋਲੇ ਸੁਭਾਅ ਵਾਲੀ ਬਣੀ ਰਹੋ। Truthfully, O young soul bride, your youth keeps you innocent. ਆਓ ਨਾ ਜਾਓ ਕਹੀਂ ਆਪਣੇ ਸਹਨਾਲੀ ਰਾਮ। ਅਹੰਕਾਰ ਛੱਡ ਕੇ ਆਪਣੇ ਖਸਮ ਪ੍ਰਭੂ ਦੇ ਚਰਨਾਂ ਵਿੱਚ ਟਿਕੀ ਰਹੋ। ਵੇਖੀ ਉਸ ਦਾ ਪੱਲਾ ਛੱਡ ਕੇ ਕਿਸੇ ਹੋਰ ਥਾਂ ਨਾ ਭਟਕਦੀ ਫਿਰੀ। Do not come and go anywhere, stay with your husband Lord. ਨਾ ਆਪਣੇ ਸੰਗ ਦਾਸੀ, ਮੈਂ ਭਗਤ ਹਰ ਕੀ ਭਾਵੈ। ਉਹੀ ਦਾਸੀ ਸੁਭਾਗ ਹੈ ਜੋ ਆਪਣੇ ਖਸਮ ਦੀ ਸੰਗਤ ਦੇ ਵਿੱਚ ਰਹਿੰਦੀ ਹੈ। ਹੇ ਸਹੇਲੀਏ, ਮੈਨੂੰ ਵੀ ਪ੍ਰਭੂ ਪਤੀ ਦੀ ਭਗਤੀ ਹੀ ਪਿਆਰੀ ਲੱਗਦੀ ਹੈ। I will stay with my husband Lord. I am his handmaiden. Devotional worship to the Lord is pleasing to me. So, ਇਹ ਤਾਂ ਸੀ ਸ਼ਬਦ ਦੇ ਅਰਥ ਤੇ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਰਵਿੰਦਰ ਸਿੰਘ ਜੀ ਨੇ। ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ, ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ, ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ, ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ। ਨਮਸਕਾਰ ਡੰਡੌਤ ਬੰਦਨਾ, ਨਮਸਕਾਰ ਡੰਡੌਤ ਬੰਦਨਾ। ਅਨਕ ਬਾਰ
जाओ बार, अनक बार जाओ बार। प्रभु जी तू मेरे प्राण आधार, प्रभु जी तू मेरे प्राण आधार। नमस्कार दंडोत बंदना, नमस्कार दंडोत बंदना। अनक बार जाओ बार, अनक बार जाओ बार। प्रभु जी तू मेरे प्राण आधार, प्रभु जी तू मेरे प्राण आधार। उठत बैठत सोवत जागत, उठत बैठत सोवत जागत। एह मन तुझे चितारे, एह मन तुझे चितारे, एह मन तुझे चितारे, एह मन तुझे चितारे। सुख दुख इस मन की वीरता, सुख दुख इस मन की वीरता। तुझी आगे सारे, तुझी आगे सारे। प्रभु जी तू मेरे प्राण आधार, प्रभु जी तू मेरे प्राण आधार। नमस्कार दंडोत बंदना, नमस्कार दंडोत बंदना। अनक बार जाओ बार, अनक बार जाओ बार। प्रभु जी तू मेरे प्राण आधार, प्रभु जी तू मेरे प्राण आधार। तू मेरे कोट बल बुद्ध तन तू मांगी, तू मेरे कोट बल बुद्ध तन तू मांगी। तू मैं मेरे परिवार, तू मैं मेरे परिवार, तू मैं मेरे परिवार, तू मैं मेरे परिवार। जो तुम करो सोई पल हमरे, जो तुम करो सोई पल हमरे। पेख नानक सुख चरनार, पेख नानक सुख चरनार। प्रभु जी तू मेरे प्राण
ਅਨਕ ਬਾਰ ਜਾਓ ਬਾਰੇ, ਅਨਕ ਬਾਰ ਜਾਓ ਬਾਰੇ। ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ, ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ, ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ। 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ। ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਆਪ ਜੀ ਦਾ ਸਵਾਗਤ ਹੈ। ਅਗਰ ਆਪ ਜੀ ਨੇ ਪ੍ਰੋਗਰਾਮ ਹੁਣੇ ਸੁਣਨਾ ਸ਼ੁਰੂ ਕੀਤਾ ਹੈ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਹੈ। ਤੇ ਜਿਵੇਂ ਸਾਡੇ ਸਰੋਤੇ ਜਾਣਦੇ ਨੇ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਅਧਿਆਏ 1 ਤੋਂ ਲੈ ਕੇ 3 ਦੇ ਆਧਾਰ ਤੇ ਜਿਹੜੀ ਸਤਵੀਰ ਸਿੰਘ ਜੀ ਨੇ ਕਥਾ ਪ੍ਰਾਤਨ ਇਉਂ ਸੁਣੀ, ਉਹਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਬਾਰੇ ਸਾਨੂੰ ਦੱਸਿਆ ਸੀ। ਪਰ ਜਿੱਥੇ ਸਿੱਖਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਹੋਰ ਸਾਕ ਸੰਬੰਧੀਆਂ ਦੇ ਵਿੱਚ ਖੁਸ਼ੀ ਦਾ ਦਿਨ ਸੀ, ਇਹ ਜਿਹੜੀ ਖਬਰ ਸੀ ਕਰਮੋਂ ਜਿਹੜੀ ਕਿ ਪਿਰਥੀ ਚੰਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੱਡੇ ਭਰਾਤਾ ਦੀ ਘਰ ਵਾਲੀ ਸੀ, ਜਿਹੜੀ ਕਿ ਹਮੇਸ਼ਾ ਸਰੀਕਾ ਕਰਦੀ ਸੀ, ਉਹਨੂੰ ਇਹ ਜਿਹੜਾ ਪ੍ਰਕਾਸ਼ ਹੋਣ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਇੱਕ ਦਾਈ ਨੂੰ ਜਿਸ ਦਾ ਨਾਂ ਫੱਤੋ ਲਿਖਿਆ ਹੈ ਨੂੰ ਮੂੰਹ ਮੰਗਿਆ ਰੁਪਈਆ ਦੇ ਕੇ ਤਿਆਰ ਕੀਤਾ ਗਿਆ ਕਿ ਉਸਦੇ ਕਿ ਅਸਥਨ ਥਨਾ ਭਾਵ ਕੇ ਥਨਾ ਨੂੰ ਬਿਸਥਰ ਬਾਲਕ ਦੇਵੋ, ਇਸ ਤਰ੍ਹਾਂ ਲਿਖਿਆ ਹੈ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਕਿ ਜਿਹੜਾ ਹੈ ਬਾਲ ਗੁਰੂ ਹੈ ਉਸ ਨੂੰ ਆਪਣੇ ਦੁੱਧ ਦੇ ਨਾਲ ਜ਼ਹਿਰ ਲਾ ਕੇ ਉਹ ਮਾਰ ਦੇਵੇ। ਐਸੀ ਸਕੀਮ ਉਹਨਾਂ ਨੇ ਬਣਾਈ। ਫੱਤੋ ਲਾਲਚ ਦੇ ਵਿੱਚ ਆਈ, ਅੰਨੀ ਹੋ ਕੇ ਉਸ ਲਾਲਚ ਦੇ ਵਿੱਚ ਬੰਡਾਲੀ ਵੱਲ ਨੂੰ ਤੁਰ ਪਈ ਤੇ ਸੋਚਦੀ ਜਾਵੇ ਕਿ ਕਿਹੜਾ ਢੰਗ ਵਰਤਾਂ ਕਿ ਬਾਲਕ ਮੂੰਹ ਮੇਰੇ ਜ਼ਹਿਰ ਲੱਗੇ ਥਣਾ ਨੂੰ ਲਗਾ ਦੇਵੇ। ਕੈਸ ਯਤਨ ਇਸ ਬਾਲ ਆਹਾਰੇ। ਗੱਲ ਇਹ ਬਣੀ ਕਿ ਬਾਲਕ ਗੁਰੂ ਹਰਗੋਬਿੰਦ ਜੀ ਮਾਂ ਦਾ ਦੁੱਧ ਨਹੀਂ ਸੀ ਚੁੰਘਦੇ, ਸੋ ਸਿਆਣੀਆਂ ਨੇ ਕਿਹਾ ਸੀ ਕਿਸੇ ਦਾਈ ਦਾ ਕੁਝ ਚਿਰ ਦੁੱਧ ਪਿਲਾਓ ਤਾਂ ਫਿਰ ਬਾਲਕ ਮਾਂ ਦਾ ਦੁੱਧ ਵੀ ਚੁੰਘਣ ਲੱਗ ਪਵੇਗਾ। ਦਾਈ ਜਦੋਂ ਦੂਰੋਂ ਵਧਾਈ ਦਿੰਦੀ ਆਈ ਤਾਂ ਮਾਤਾ ਗੰਗਾ ਜੀ ਨੇ ਕਿਹਾ, ਚੰਗਾ ਹੋਇਆ ਕਿ ਤੂੰ ਆ ਗਈ ਹੈ, ਹੁਣ ਤੂੰ ਹੀ ਦੁੱਧ ਪਿਲਾ। ਉਸ ਫਫੇ ਕੁੱਟਣੀ ਨੇ ਜੁਗ ਜੁਗ ਜੀਵੇ ਬਾਲ ਤੁਮਾਰਾ ਕਹਿ ਕੇ ਜ਼ਹਿਰ ਲਗਾ ਕੇ ਥਣ ਬੱਚੇ ਦੇ ਮੂੰਹ ਵਿੱਚ ਪਾਉਣ ਦੀ ਯਤਨ ਕੀਤਾ। ਕਈ ਯਤਨ ਉਹ ਕਰ ਥਕੀ ਪਰ ਬਾਲ ਮੂੰਹ ਵਿੱਚ ਹੀ ਨਾ ਪਾਏ। ਕੁਝ ਸਮਾਂ ਉਸਦੇ ਪੁਚਕਾਰਨ ਤੇ ਯਤਨਾਂ ਦੇ ਵਿੱਚ ਵੀ ਹੀ ਨਿਕਲ ਗਿਆ। ਇਸ ਤਰ੍ਹਾਂ ਸਮਾਂ ਕਰ ਰਹੀ ਯਤਨ ਨਾ ਅਸਥਨ ਲਿਓ, ਕੁਛ ਕਾਲ ਇਬ ਹੀ ਬਿਤ ਗਇਓ। ਜ਼ਹਿਰ ਜੋ ਥਣਾ ਨੂੰ ਲਗਾਇਆ ਸੀ ਉਹ ਇੰਨਾ ਮਾਰੂ ਸੀ ਕਿ ਉਸ ਜ਼ਹਿਰ ਦੇ ਨਾਲ ਫੱਤੋ ਦੀ ਹੀ ਮੌਤ ਹੋ ਗਈ। ਗਰਲ ਦੂਧ ਰਤ ਪ੍ਰਾਨ ਕੋ ਕਰਕ ਕਿਰਪਾ ਨਿਦਕੀਨ। ਤੇ ਮਰਦੇ ਹੋਏ ਉਹ ਦਾਈ ਦੱਸ ਗਈ ਕਿ ਉਸਨੇ ਇਹ ਕਾਰਾ ਤੇ ਕੀਤਾ ਸੀ। ਹੁਣ ਪਿਰਥੀ ਚੰਦ ਜਿਹੜਾ ਕਿ ਸਤਿਗੁਰੂ ਜੀ ਦਾ ਵੱਡਾ ਭਰਾ ਸੀ, ਜਿਸ ਨੂੰ ਗੁਰਗੱਦੀ ਨਹੀਂ ਸੀ ਮਿਲੀ ਤੇ ਉਹ ਗੁਰੂ ਘਰ ਦਾ ਦੋਖੀ ਬਣਿਆ ਬੈਠਾ ਸੀ, ਉਸਨੇ ਦੂਜਾ ਹਮਲਾ ਜਿਹੜਾ ਹੈ ਉਹ ਸਤਿਗੁਰਾਂ ਤੇ ਕਰਵਾਇਆ। ਉਸਨੇ ਇੱਕ ਸਪੇਰਾ ਸਿਖਲਾ ਕੇ ਬਡਾਲੀ ਨੂੰ ਭੇਜਿਆ। ਉਸ ਸਪੇਰੇ ਨੇ ਪੈੜ ਬੰਨਿਆ, ਬੀਨ ਵਜਾਈ। ਉਹ ਐਸੇ ਢੰਗ ਨਾਲ ਉਸਨੇ ਸੱਪ ਛੱਡਿਆ ਜੋ ਸਿੱਧਾ ਗੁਰੂ ਹਰਗੋਬਿੰਦ ਜੀ ਵੱਲ ਹੀ ਵਧਿਆ। ਪਰ ਗੁਰੂ ਜੀ ਨੇ ਸੱਪ ਦੀ ਸਿਰੀ ਦੋਹਾਂ ਹੱਥਾਂ ਦੇ ਵਿੱਚ ਫੜ ਲਈ ਤੇ ਉਸ ਨੂੰ ਪੀਚ ਕੇ ਹੀ ਮਾਰ ਦਿੱਤਾ। ਨਿਜ ਘਰ ਮੈਂ ਸ੍ਰੀ ਗੁਰੂ ਲਿਓ ਦਹੂੰ ਹੱਥ ਸੁਖ ਪਾਏ, ਐਸਾ ਲਿਖਿਆ ਹੈ। 3 ਸਾਲ ਗੁਰੂ ਜੀ ਬੰਡਾਲੀ ਹੀ ਰਹੇ। ਬੰਡਾਲੀ ਮੈਂ ਸਤਿਗੁਰ ਰਹੇ 3 ਵਰਸ ਸੁਖ ਪਾਏ। ਗੁਰੂ ਹਰਗੋਬਿੰਦ ਜੀ ਨੂੰ
ਗੁਰੂ ਅਰਜਨ ਦੇਵ ਜੀ ਮਹਾਰਾਜ ਹੁਣ ਬਡਾਲੀ ਤੋਂ ਅੰਮ੍ਰਿਤਸਰ ਲੈ ਆਏ। ਸ੍ਰੀ ਅੰਮ੍ਰਿਤਸਰ ਆਉਂਦੇ ਹੀ ਚੀਚਕ ਦਾ ਹਮਲਾ ਹੋ ਗਿਆ। ਮਾਤਾ ਜੀ ਬਹੁਤ ਘਬਰਾਏ, ਪਰ ਗੁਰੂ ਅਰਜਨ ਦੇਵ ਜੀ ਨੇ ਕਿਹਾ, ਘਬਰਾਉਣ ਦੀ ਰਤਾ ਲੋੜ ਨਹੀਂ, ਜਿਸ ਮਾਲਕ ਨੇ ਭੇਜਿਆ ਹੈ ਉਹ ਹੀ ਰੱਖਿਆ ਕਰਨਗੇ। ਐਸਾ ਹੀ ਹੋਇਆ। ਦਿਨਾਂ ਦੇ ਵਿੱਚ ਹੀ ਗੁਰੂ ਹਰਗੋਬਿੰਦ ਜੀ ਨਰੋਏ ਹੋ ਗਏ। ਪੰਚਮ ਪਾਤਸ਼ਾਹ ਨੇ ਸ਼ੁਕਰਾਨੇ ਵਜੋਂ ਸ਼ਬਦ ਉਚਾਰਿਆ, ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ ਰਹਾਓ। ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਗੌੜੀ ਮਹੱਲਾ ਪੰਜਵਾਂ। ਫਿਰ ਵੀ ਜਿਹੜੇ ਬੜੇ ਭਰਾਤਾ ਪਿਰਥੀ ਚੰਦ ਸਨ, ਉਹਨਾਂ ਨੇ ਜਿਹੜਾ ਹੈ ਸਤਿਗੁਰੂ ਜੀ ਦੇ ਉੱਤੇ ਜਿਹੜੇ ਹਮਲੇ ਕਰਨੇ ਬੰਦ ਨਾ ਕੀਤੇ। ਅਗਲਾ ਹਮਲਾ ਉਹਨਾਂ ਨੇ ਇਸ ਤਰ੍ਹਾਂ ਕੀਤਾ। ਗੁਰੂ ਹਰਗੋਬਿੰਦ ਜੀ ਦਾ ਇੱਕ ਖਿਡਾਵਾ ਬ੍ਰਾਹਮਣ ਸੀ। ਉਹ ਰੋਜ਼ ਬਾਹਰ ਗੁਰੂ ਜੀ ਨੂੰ ਉਂਗਲ ਫੜ ਕੇ ਖੇਡਾਂ ਖਿਡਾਉਣ ਲਈ ਲੈ ਜਾਂਦਾ ਸੀ, ਤਾਂ ਜੋ ਮਾਤਾ ਜੀ ਜੋ ਵੀ ਖਾਣ ਨੂੰ ਦਿੰਦੇ ਬੜੇ ਸਨੇਹ ਦੇ ਨਾਲ ਖਿਲਾਉਂਦਾ ਸੀ। ਪਿਰਥੀ ਚੰਦ ਨੇ ਬਹੁਤ ਦਰਬ ਦੇ ਕੇ ਉਸ ਖਿਡਾਵੇ ਨੂੰ ਆਪਣੇ ਵੱਲ ਕਰ ਲਿਆ। ਉਹ ਜਦ ਲੋਭ ਵਿੱਚ ਗਰਕ ਹੋ ਗਿਆ ਤਾਂ ਪਿਰਥੀ ਚੰਦ ਨੇ ਕਿਹਾ ਕਿ ਹੁਣ ਤੂੰ ਜਦ ਦਹੀਂ ਖਿਲਾਵੇਂ ਤਾਂ ਜ਼ਹਿਰ ਪੀਸ ਕੇ ਦਹੀਂ ਦੇ ਵਿੱਚ ਪਾ ਦੇਵੀਂ। ਜਦ ਜ਼ਹਿਰ ਭਰੀ ਦਹੀਂ ਅਗਲੇ ਦਿਨ ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਉਹ ਦੇਣ ਲੱਗਾ ਤੇ ਆਪ ਜੀ ਨੇ ਨੱਕ ਵੱਟ ਲਈ ਤੇ ਦਹੀਂ ਮੂੰਹ ਵਿੱਚ ਨਾ ਪਾਈ। ਹੱਥ ਨਾਲ ਦਹੀਂ ਪਰਾਂ ਕਰੀ ਜਾਣ। ਹਰਗੋਬਿੰਦ ਤਬ ਨਾਲ ਹਦਾਇਓ, ਨਿਜ ਕਰ ਸੋ ਦਦ ਦੂਰ ਹਟਾਇਓ। ਜਦੋਂ ਜ਼ਬਰਦਸਤੀ ਖਿਲਾਉਣ ਲੱਗਾ ਤਾਂ ਮਹਾਰਾਜ ਨੇ ਉੱਚਾ ਰੌਲਾ ਪਾ ਦਿੱਤਾ। ਇਹ ਰੌਲੇ ਦੀ ਆਵਾਜ਼, ਸ਼ੋਰ ਦੀ ਆਵਾਜ਼ ਸੁਣ ਕੇ ਮਾਤਾ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਤੁਸੀਂ ਆਪ ਜਾਵੋ। ਗੁਰੂ ਜੀ ਨੇ ਆ ਕੇ ਪੰਜਵੇਂ ਪਾਤਸ਼ਾਹ ਨੇ ਭਾਵ ਬ੍ਰਾਹਮਣ ਨੂੰ ਪੁੱਛਿਆ ਕਿ ਇਹ ਰੋ ਕਿਉਂ ਰਹੇ ਨੇ, ਭਾਵ ਕਿ ਬਾਲ ਹਰਗੋਬਿੰਦ ਜੀ। ਉਸਨੇ ਕਿਹਾ, ਦਹੀਂ ਨਹੀਂ ਖਾਂਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖਿਲਾਉਣ ਦਾ ਯਤਨ ਕੀਤਾ, ਪਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਪਰੇ ਕਰ ਦਿੱਤਾ। ਹਰਗੋਬਿੰਦ ਜੀ ਨੇ ਪੀਓ, ਨਿਜ ਕਰਿਓ ਹਟਾਨ। ਮਹਾਰਾਜ ਜੀ ਭਾਂਫ ਗਏ ਕਿ ਮਾਜਰਾ ਕੁਝ ਹੋਰ ਹੈ। ਦਹੀਂ ਜਦ ਕੋਲ ਖੜੇ ਕੁੱਤੇ ਨੂੰ ਪਾਇਆ ਤਾਂ ਉਹ ਝੱਟ ਦੇ ਸਾਰ ਹੀ ਮਰ ਗਿਆ। ਕੁੱਤੇ ਨੂੰ ਇਸ ਤਰ੍ਹਾਂ ਅਜਾਈਂ ਮਰਦਾ ਦੇਖ ਕੇ ਗੁਰੂ ਜੀ ਨੇ ਅਸੀਸ ਦਿੱਤੀ ਕਿ ਸੱਚਖੰਡ ਜਾ। ਬ੍ਰਾਹਮਣ ਦੇ ਪੇਟ ਵਿੱਚ ਐਸਾ ਸੂਲ ਉੱਠਿਆ ਕਿ ਤੜਪ ਕੇ ਮਰਿਆ। ਉਸ ਬ੍ਰਾਹਮਣ ਲਈ ਦੁਸ਼ਟ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ ਹੈ ਤੇ ਭੈਰੋਂ ਰਾਗ ਦੇ ਵਿੱਚ ਸ਼ਬਦ ਦੇ ਵਿੱਚ ਇਸ ਤਰ੍ਹਾਂ ਉਚਾਰਿਆ ਹੈ, ਲੇਪ ਨ ਲਾਗੋ ਤਿਨਕਾ ਮੂਲ, ਦੁਸ਼ਟ ਬ੍ਰਾਹਮਣ ਮੋਆ ਹੋਏ ਕੈ ਸੂਲ। ਉਸ ਮੂਰਖ ਪਾਪੀ ਵਾਹਿਗੁਰੂ ਨੇ ਉਸ ਨੂੰ ਆਪ ਹੀ ਵਾਹਿਗੁਰੂ ਨੇ ਮਾਰ ਦਿੱਤਾ। ਉਸ ਮੂਰਖ ਪਾਪੀ ਨੂੰ ਇਹ ਆਨਾ ਪਾਪੀ ਉਹ ਆਪ ਬਚਾਇਆ। ਸਤਿਗੁਰੂ ਜੀ ਇਸ ਤਰ੍ਹਾਂ ਫਰਮਾਉਂਦੇ ਨੇ। ਬ੍ਰਾਹਮਣ ਵੀ ਮਰਦੇ ਦੱਸ ਗਿਆ ਕਿ ਦਰਬ ਦੇ ਲੋਭ ਹੇਠ ਪਾਪ ਕਮਾਇਆ ਸੀ। ਦਹੀਂ ਵਾਲਾ ਵਾਰ ਵੀ ਨਿਸਫਲ ਜਾਂਦਾ ਵੇਖ ਕੇ ਪਿਰਥੀ ਚੰਦ ਨੇ ਨੰਦ ਚੰਦ ਨਾਂ ਦੇ ਗੁਰੂ ਜੀ ਦੇ ਇੱਕ ਹਾਣੀ, ਜਿਸ ਦੇ ਨਾਲ ਉਹ ਰੋਜ਼ ਬਾਹਰ ਖੇਡਣ ਜਾਂਦੇ ਸਨ, ਉਹਦੇ ਚਾਲਚੇ ਨੂੰ ਲਾਲਚ ਦੇ ਕੇ ਇੱਕ ਕਮੀਜ਼ ਨੂੰ 2 ਜੇਬਾਂ ਲਵਾ ਕੇ ਇਸ ਜੇਬ ਵਿੱਚ ਜ਼ਹਿਰ ਭਰੀ ਮਠਿਆਈ ਪਾ ਦਿੱਤੀ, ਇੱਕ 'ਚ ਤੇ ਦੂਸਰੀ ਵਿੱਚ ਚੰਗੀ, ਤੇ ਨਾਲ ਹੀ ਨੰਦ ਚੰਦ ਨੂੰ ਸਮਝਾਇਆ ਕਿ ਖੇਡਣ ਵੇਲੇ ਜ਼ਹਿਰੀਲੀ ਮਠਿਆਈ ਜਿਹੜੀ ਹੈ ਗੁਰੂ ਹਰਗੋਬਿੰਦ ਜੀ ਨੂੰ ਦੇਈ ਜਾਈ ਤੇ ਚੰਗੀ ਆਪ ਖਾਈ ਜਾਈ, ਪਰ ਕਰਨਾ ਵਾਹਿਗੁਰੂ ਜੀ ਦਾ। ਚੰਗੀ ਉਹ ਗੁਰੂ ਜੀ ਨੂੰ ਦੇਈ ਜਾਵੇ ਤੇ ਜ਼ਹਿਰੀਲੀ ਆਪ ਖਾਈ ਜਾਵੇ। ਖੇਡਦੇ ਨੰਦ ਚੰਦ ਡਿੱਗ ਪਿਆ ਤੇ ਉਸਨੇ ਪ੍ਰਾਣ ਦੇ ਦਿੱਤੇ। ਹਾਣੀ ਰਾਹੀਂ ਕੀਤਾ ਵਾਰ ਵੀ ਇਸ ਤਰ੍ਹਾਂ ਖਾਲੀ ਗਿਆ। ਹਰਗੋਬਿੰਦ ਜੀ ਨੂੰ ਇੱਕ ਵਾਰੀ ਜ਼ੋਰਾਂ ਦਾ ਤਾਪ ਚੜ੍ਹਿਆ ਤਾਂ ਗੁਰੂ ਜੀ ਨੇ 7 ਵਾਰੀ ਸਤਨਾਮ ਬੱਚੇ ਪਾਸ ਬੈਠ ਕੇ ਉਚਾਰਿਆ ਤਾਂ ਤਾਪ ਹਟਿਆ। ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰਗੋਬਿੰਦ ਨਵਾਂ ਨਰੋਆ। ਬਸ ਹਰ ਹਮਲੇ ਦੀ ਨਿਸਫਲਤਾ ਉਪਰੰਤ ਗੁਰੂ ਜੀ ਨੇ ਦ੍ਰਿੜਤਾ ਭਰੇ ਸ਼ਬਦ ਉਚਾਰੇ। ਇਸ ਸ਼ੁਕਰਾਨੇ ਦੇ ਸ਼ਬਦ ਦੀ ਆਖਰਲੀ
ਤੁਕ ਐਸੀ ਅਵਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੇ ਸਵਾਈ। ਉਹਨਾਂ ਦਾ ਕਹਿਣਾ ਸੀ, ਇਹ ਕੋਈ ਨਿਰੀ ਹਰਗੋਬਿੰਦ ਵਿਅਕਤੀ ਦੀ ਗੱਲ ਨਹੀਂ, ਉਸ ਪੰਥ ਦੀ ਬਾਤ ਹੈ ਜਿਸ ਦੀਆਂ ਜੜ੍ਹਾਂ ਅਖਾਣ ਦੇ ਲਈ ਦੋਖੀ ਲੱਗੇ ਹੋਏ ਹਨ, ਪਰ ਉਹ ਸੁਣ ਲੈਣ ਕਿ ਇਸ ਦੀ ਨੀਂਹ ਅਤਿਅੰਤ ਦ੍ਰਿੜ ਹੈ, ਕਿਉਂਕਿ ਰੱਖਣ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਮਾਯੂਸ ਹੋ ਕੇ ਪ੍ਰਿਥੀ ਚੰਦ ਨੇ ਇੱਕ ਨਵੀਂ ਗੋਂਦ ਗੁੰਦੀ ਕਿ ਦਿੱਲੀ ਜਾ ਕੇ ਪਰਚੀ ਪਾ ਕੇ ਆਪਣਾ ਨਿਰਣਾ ਕਰਾ ਲੈਣਾ ਹੈ। ਜਦ ਮਹਾਦੇਵ ਜੀ ਨੂੰ ਵੀ ਸਾਥ ਦੇਣ ਲਈ ਉਹਨਾਂ ਨੇ ਕਿਹਾ ਤੁਹਾਨੂੰ ਇਹ ਨਹੀਂ ਸ਼ੋਭਦਾ, ਵੱਡੇ ਦਾ ਸਗੋਂ ਫਰਜ਼ ਹੁੰਦਾ ਹੈ ਛੋਟਿਆਂ ਦੀ ਰੱਖਿਆ ਕਰਨੀ। ਤੁਮ ਕੋ ਲਾਇਕ ਨਹਿ ਅਸਬਾਤਾ ਲਘੂ ਭਰਾਤਨ ਕੋ ਚਹਿ ਤੁਮ ਤਰਾਤਾ। ਗੁਰੂ ਗੱਦੀ ਪਿਤਾ ਕਿਰਪਾਲ ਦੇ ਗਏ ਹਨ, ਕੋਈ ਕੀਤਾ ਯਤਨ ਉਸ ਨੂੰ ਟਾਲ ਨਹੀਂ ਸਕਦਾ। ਮੇਰਾ ਤੇਰਾ ਫਰਜ਼ ਹੈ ਕਿ ਉਹਨਾਂ ਦੀ ਚਰਨੀ ਲੱਗ ਕੇ ਸੇਵਾ ਕਰੀਏ। ਮਹਾਦੇਵ ਜੀ ਨੇ ਇਹ ਵੀ ਕਿਹਾ, ਭਰਾ ਜੀ, ਫੁਟਕਾਰਨ ਹੀ ਹਰਨਾਕਸ਼ ਮਾਰਿਆ ਤੇ ਫੁਟਕਾਰਨ ਹੀ ਲੰਕਾ ਲੁੱਟੀ, ਫੁਟਕਾਰਨ ਹੀ ਕੌਰਵਾਂ ਪਾਂਡਵਾਂ ਦਾ ਨਾਸ਼ ਹੋਇਆ ਤੇ ਮਤਰੇਈ ਮਾਂ ਕਕਈ ਕਾਰਨ ਰਾਮ ਸੀਤਾ ਨੂੰ ਦੁੱਖ ਭੋਗਣੇ ਪਏ। ਫੁਟਕਾਰਨ ਹੀ ਰਾਜਪੂਤ ਦੁੱਖ ਪਾ ਰਹੇ ਨੇ। ਸੋ ਇਹ ਬਣ ਆਂਦੀ ਹੈ ਕਿ ਮੇਲ ਕਰੀਏ ਤਾਂ ਕਿ ਸੁਖ ਵਰਤੇ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਫੁੱਟ ਪ੍ਰਹਲਾਦ ਹਰਨਾਕਸ ਨਰ ਹਰ ਹਤਿਓ, ਫੁੱਟ ਕੇ ਭਵੀਖਨ ਲੁਟਾਏ ਲੰਕ ਦਈ ਹੈ, ਫੁੱਟ ਕੁਰ ਪੰਡ ਗਏ ਸਭੈ ਕੁਲ ਨਾਲ ਕੀਏ, ਫੂਟੀ ਦੇਖੋ ਕਕੇਈ ਸੋ ਰਾਮ ਸੀਆ ਗਈ ਹੈ, ਫੂਟੇ ਰਾਜਪੋਤ ਜੋਈ ਬੜੇ ਦੁਖ ਪਾਵੈ ਸੋਈ, ਔਰ ਹੈ ਅਨੇਕ ਗਥ ਜੋ ਪਾਛੈ ਭਈ ਹੈ, ਮੇਲ ਕੀਏ ਹੋਤ ਸੁਖ ਫੂਟਨ ਤੇ ਮਹਾਂ ਦੁਖ, ਤਾਂ ਤੇ ਮੇਲ ਕਰੋ ਪਾਛੈ ਭਈ ਬੀਤ ਗਈ ਹੈ। ਭਰਾਵਾ, ਸਾਨੂੰ ਸੇਵਕ ਬਣ ਕੇ ਰਹਿਣਾ ਚਾਹੀਦਾ ਹੈ। ਐਸਾ ਮਹਾਦੇਵ ਜੀ ਨੇ ਆਪਣੇ ਵੱਡੇ ਭਰਾਤਾ ਪ੍ਰਿਥੀ ਚੰਦ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਸਾਂ ਸੇਵਾ ਨਹੀਂ ਕੀਤੀ ਤਾਂ ਇਸੇ ਹਾਲਤ ਵਿੱਚ ਪਹੁੰਚੇ ਹਾਂ। ਇਹ ਵੀ ਨਾ ਭੁੱਲੀ ਪ੍ਰਿਥੀ ਚੰਦ ਕਿ ਆਕਾਸ਼ ਦੀ ਸੇਧ ਲਗਾ ਕੇ ਬਾਣ ਚਲਾਇਆ ਮੁੜ ਆਪਣੇ ਨੂੰ ਹੀ ਲੱਗਦਾ ਹੈ। ਪਹਾੜ ਨੂੰ ਭਾਲਾ ਮਾਰਿਆਂ ਪਹਾੜ ਦਾ ਕੁਝ ਨਹੀਂ ਵਿਗੜਦਾ, ਨੇਜਾ ਹੀ ਟੁੱਟਦਾ ਹੈ। ਅੱਗ ਤੇ ਸੱਪ ਨੂੰ ਜਾਣ ਬੁੱਝ ਕੇ ਜੋ ਹੱਥ ਪਾਵੇ ਉਹ ਜਲਦਾ ਤੇ ਮਰਦਾ ਹੈ। ਸੋ ਸਿਆਣਨ ਕੀ ਬਾਤ ਨਾ ਮਾਨੇ, ਮਾਫ ਕਰਨਾ, ਜੋ ਸਿਆਣਨ ਕੀ ਬਾਤ ਨਾ ਮਾਨੇ, ਸੋ ਦੁੱਖ ਪਾਵੇ ਬੀਚ ਜਹਾਨੇ। ਮਹਾਦੇਵ ਜੀ ਦੀ ਨੇ ਤਾਂ ਆਪਣੀ ਰਾਏ ਦੇ ਦਿੱਤੀ, ਪਰ ਪ੍ਰਿਥੀ ਚੰਦ ਕਿੱਥੋਂ ਮੰਨਣ ਵਾਲਾ ਸੀ। ਦੋ ਦਰਬਾਰੀਆਂ ਅਬਤਲ ਖਾਨ ਤੇ ਮੁਹੰਮਦ ਖਾਨ ਨੂੰ ਰਿਸ਼ਵਤ ਦੇ ਕੇ ਅਕਬਰ ਦੇ ਦਰਬਾਰ ਦੇ ਵਿੱਚ ਰਸਾਈ ਕੀਤੀ। ਅਕਬਰ ਨੇ ਗੱਲ ਸੁਣੀ ਤੇ ਅਣਸੁਣੀ ਕਰਕੇ ਕਿਹਾ, ਤੈਨੂੰ ਉਸ ਫਕੀਰ ਵਿਅਕਤੀ ਦੇ ਨਾਲ ਝਗੜਨਾ ਸੋਭਦਾ ਨਹੀਂ। ਇੱਕ ਪਿੰਡ ਤੇਰੇ ਨਾਂ ਕਰਦਾ ਹਾਂ ਤੇ ਜਾ ਕੇ ਘਰ ਪਾ ਤੇ ਆਪਣਾ ਮਨ ਮਰਜ਼ੀ ਕਰ। ਅਬ ਊਹਾ ਨ ਜਾਵੋ ਗ੍ਰਾਮ ਹਮ ਤੇ ਇੱਕ ਪਾਵੋ, ਤੁਮ ਰਚੋ ਘਰ ਤਹਾਂ ਜੋ ਤੇਰੇ ਮਨ ਆਈ ਹੈ। ਮਿਲੇ ਪਿੰਡ ਹੀ ਪ੍ਰਿਥੀ ਚੰਦ ਨੇ ਪਿੰਡ ਰਚਿਆ ਤੇ ਜਾ ਵਸੇ। ਗੁਰੂ ਹਰਗੋਬਿੰਦ ਜੀ ਵੱਡੇ ਹੋਏ ਤਾਂ ਗੁਰੂ ਅਰਜਨ ਦੇਵ ਜੀ ਨੇ ਵਿਚਾਰਿਆ ਕਿ ਬਾਲਕ ਗੁਰੂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ। ਆਪ ਜੀ ਨੇ ਮਨ ਬਣਾਇਆ ਕਿ ਮਦਰਸੇ ਪਾਉਣ ਦੀ ਥਾਂ ਹਰਗੋਬਿੰਦ ਜੀ ਨੂੰ ਮਹਾਦੇਵ ਜੀ ਦੇ ਪਾਸ ਹੀ ਵਿੱਦਿਆ ਪ੍ਰਾਪਤੀ ਲਈ ਭੇਜਿਆ ਜਾਵੇ। ਗੁਰੂ ਅਰਜਨ ਦੇਵ ਜੀ ਨੇ ਆ ਕੇ ਮਹਾਦੇਵ ਜੀ ਨੂੰ ਕਿਹਾ ਕਿ ਵੱਡਾ ਭਰਾ ਪਿਤਾ ਸਮਾਨ ਹੁੰਦਾ ਹੈ। ਵੱਡ ਭਰਾਤ ਪਿਤਾ ਸਮ ਪੂਰਨ ਕਾਮਾ, ਅਤੇ ਬਾਲਕ ਨੂੰ ਪਾਸ ਰੱਖ ਕੇ ਵਿੱਦਿਆ ਦੇਵੋ। ਮਹਾਦੇਵ ਜੀ ਨੇ ਕਿਹਾ ਕਿ ਠੀਕ ਇਹ ਰਹੇਗਾ ਕਿ ਇਹਨਾਂ ਦੀ ਪੜ੍ਹਾਈ ਦਾ ਆਰੰਭ ਅਤੇ ਪ੍ਰਬੰਧ ਬਾਬਾ ਬੁੱਢਾ ਜੀ ਕਰਨ। ਮਹਾਰਾਜ ਜੀ ਨੂੰ ਇਹ ਗੱਲ ਬਹੁਤ ਭਾਈ ਅਤੇ 5 ਸਿੱਖਾਂ ਨੂੰ ਬਾਬਾ ਜੀ ਦੇ ਪਾਸ ਇਹ ਬੇਨਤੀ ਕਰਕੇ ਭੇਜਿਆ ਕਿ
ਅੰਮ੍ਰਿਤਸਰ ਆਵੋ। ਬਾਬਾ ਜੀ ਦੇ ਅੰਮ੍ਰਿਤਸਰ ਪੁੱਜਣ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉੱਠ ਕੇ ਆਦਰ ਕੀਤਾ। ਸਾਹਿਬ ਬੁੱਢਾ ਜਬ ਆਏ, ਗੁਰੂ ਅਰਜਨ ਨਿਕਟਾਰ, ਤੈ ਪੇਖ ਸ੍ਰੀ ਗੁਰੂ ਉੱਠੇ, ਕਰ ਆਦਰ ਅਧਿਕਾਰ। ਬਾਬਾ ਜੀ ਨੇ ਅੱਗੇ ਵੱਧ ਕੇ ਚਰਨ ਛੂਹੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੱਦ ਘੱਲਣ ਦਾ ਮੰਤਵ ਦੱਸਿਆ ਅਤੇ ਪ੍ਰਸ਼ਾਦ ਤੇ 5 ਮੋਹਰਾਂ ਅੱਗੇ ਰੱਖ ਕੇ ਕਿਹਾ, ਹਰ ਗੋਬਿੰਦ ਕੋ ਵਿਦਿਆ ਦੀਜੈ, ਪਟੀ ਤੇ 35 ਆਪਣੀ ਹੱਥੀਂ ਲਿਖ ਕੇ ਬੱਚੇ ਨੂੰ ਪੜ੍ਹਾਓ। ਬਾਬਾ ਬੁੱਢਾ ਜੀ ਨੇ ਵੀ ਨਿਮਰਤਾ ਵਿੱਚ ਕਿਹਾ, ਮੈਂ ਤਾਂ ਇੱਕ ਨਿਮਾਣਾ ਜਿਹਾ ਕਿਸਾਨ ਘਾਈ ਹਾਂ, ਖੇਤ ਦਾ ਰਖਵਾਰਾ ਹਾਂ, ਮੈਂ ਕਿਆ ਜਾਨੋ ਕਸ ਪੜ੍ਹਾਵੈ, ਹਮ ਕੋ ਪੜ੍ਹਨਾ ਕਛੂ ਨਾ ਆਵੈ। ਮਹਾਰਾਜ ਨੇ ਕਿਹਾ, ਇਹ ਤੁਸੀਂ ਕੀ ਆਖ ਰਹੇ ਹੋ? ਤੁਹਾਨੂੰ ਤਾਂ ਸਭ ਵਿਦਿਆ ਦਾ ਤਤ ਸਾਰ ਆਉਂਦਾ ਹੈ, ਤੁਮ ਜਾਨੋ ਸਭ ਸਾਰ। ਬਾਬਾ ਬੁੱਢਾ ਜੀ ਨੇ ਪ੍ਰਸ਼ਾਦ ਵਰਤਾਇਆ ਤੇ ਹੱਥੀਂ 35 ਪੱਟੀ ਤੇ ਲਿਖੀ। ਗੁਰੂ ਹਰਗੋਬਿੰਦ ਜੀ ਨੇ ਵੀ ਅੱਖਰ ਦੇਖ ਕੇ ਪੱਟੀ ਤੇ ਪਾਏ। ਸਾਰੇ ਹੈਰਾਨ ਹੋਏ ਕਿ ਦਿਨਾਂ ਦੇ ਵਿੱਚ ਹੀ ਅੱਖਰੀ ਤੇ ਹੋਰ ਵਿਦਿਆਵਾਂ ਵੀ ਗੁਰੂ ਹਰਗੋਬਿੰਦ ਜੀ ਨੇ ਸਿੱਖ ਲਈਆਂ। ਕੁਛ ਕੁ ਦਿਵਸ ਮੈਂ ਪੜ੍ਹੀ ਸਭ ਹੈ, ਵਿਦਿਆ ਤਬ ਭਾਰੀ, ਤੈ ਅਵਸਰ ਬੁੱਧ ਬਾਲ ਭੇਖ, ਮਨ ਬਿਸਮੈ ਧਾਰੀ। ਸਭ ਪ੍ਰਕਾਰ ਦੀਆਂ ਵਿਦਿਆਵਾਂ ਜੋ ਗਿਣਤੀ ਦੇ ਵਿੱਚ 64 ਕਹਿੰਦੇ ਹਨ, ਜਦ ਗੁਰੂ ਹਰਗੋਬਿੰਦ ਜੀ ਨੇ ਪ੍ਰਾਪਤ ਕਰ ਲਈਆਂ ਤਾਂ ਸਾਰੇ ਧੰਨ ਧੰਨ ਕਹਿਣ ਲੱਗੇ। ਸਭ ਜਾਣ ਗਏ ਕਿ ਸਾਰੀ ਵਿਦਿਆ ਤਾਂ ਗੁਰੂ ਜੀ ਦੇ ਅੰਦਰੋਂ ਹੀ ਉਤਪਤ ਹੋ ਰਹੀ ਹੈ। ਸ਼ਾਸਤਰ ਸ਼ਾਸਤਰ ਕੀ ਵਿਦਿਆ ਪਾਈ, ਹਰ ਗੋਬਿੰਦ ਮਨ ਅਤ ਹਰਖਾਈ। ਗੁਰੂ ਅਰਜਨ ਦੇਵ ਜੀ ਨੇ ਬਾਬਾ ਜੀ ਦਾ ਆਪੂ ਜਾ ਧੰਨਵਾਦ ਕੀਤਾ ਤੇ ਜਦ ਗੁਰਦੱਖਣਾ ਹੇਤ ਦਸਤਾਰ ਦੌਲਤ ਦੇਣੀ ਚਾਹੀ ਤਾਂ ਬਾਬਾ ਬੁੱਢਾ ਜੀ ਨੇ ਕਿਹਾ, ਨਾਸਵੰਤ ਛਿਆਂ ਦੀ ਥਾਂ ਭਗਤੀ ਦਾ ਦਾਨ ਦਿਓ। ਮਿਹਰਾਂ ਦੇ ਸਾਈਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਆਤਮਾ ਵਿੱਚੋਂ ਹੀ ਪਰਮਾਤਮਾ ਦੇ ਸਰੂਪ ਦੀ ਲਖਿਅਤਾ ਕਰਵਾ ਦਿੱਤੀ। ਭਗਤ ਦਾਨ ਤਿੰਨ ਮਾਂਗ ਸੋਲੀਨਾ, ਨਿਜ ਸਰੂਪ ਆਤਮਾ ਰਸ ਚੀਨਾ। ਸੋ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਵਿਚਾਰਾਂ ਨੇ ਉਹਨਾਂ ਨੂੰ ਅੱਗੇ ਵਧਾਵਾਂਗੇ। ਨਿਰਗੁਣ ਰਾਖ ਲਿਆ, ਨਿਰਗੁਣ ਰਾਖ ਲਿਆ, ਰਾਖ ਲਿਆ ਸੰਤਨ ਕਾ ਸਦਕਾ, ਨਿਰਗੁਣ ਰਾਖ ਲਿਆ, ਨਿਰਗੁਣ ਰਾਖ ਲਿਆ, ਰਾਖ ਲਿਆ ਸੰਤਨ ਕਾ ਸਦਕਾ, ਨਿਰਗੁਣ ਰਾਖ ਲਿਆ। ਸਤਿਗੁਰ ਢਾਕ ਲਿਆ, ਢਾਕ ਲਿਆ ਹੋਏ ਪਾਪੀ ਪੜਦਾ, ਸਤਿਗੁਰ ਢਾਕ ਲਿਆ, ਢਾਕ ਲਿਆ ਮੋਹੇ ਪਾਪੀ ਬੜਦਾ, ਨਿਰਗੁਣ ਰਾਖ ਲਿਆ, ਨਿਰਗੁਣ ਰਾਖ ਲਿਆ, ਰਾਖ ਲਿਆ ਸੰਤਨ ਕਾ ਸਦਕਾ, ਨਿਰਗੁਣ ਰਾਖ ਲਿਆ। ਟਾਕਨ ਹਾਰੇ ਪ੍ਰਭੂ ਹਮਾਰੇ, ਟਾਕਨ ਹਾਰੇ ਪ੍ਰਭੂ ਹਮਾਰੇ, ਜੀ ਪ੍ਰਾਨ ਸੁਖ ਦਾਤੇ, ਜੀ ਪ੍ਰਾਨ ਸੁਖ ਦਾਤੇ, ਅਬਨਾਸੀ ਅਬਗਤ ਸੁਆਮੀ,
अविनाशी अवगत स्वामी पूरन पुरख विदाते पूरन पुरख विदाते पूरन पुरख विदाते निर्गुण राख लिया निर्गुण राख लिया संतन का सदका निर्गुण राख लिया सतगुर टाक लिया मोहे पापी पड़दा सतगुर टाक लिया मोहे पापी पड़दा टाक लिया मोहे पापी पड़दा निर्गुण राख लिया निर्गुण राख लिया संतन का सदका निर्गुण राख लिया उस्तत कहन ना जाए तुम्हारी उस्तत कहन ना जाए तुम्हारी कौन कहे तू कद का कौन कहे तू कद का नानक दास ताकै बलिहारी नानक दास ताकै बलिहारी मिले नाम हर निम का मिले नाम हर निम का मिले नाम हर निम का निर्गुण राख लिया निर्गुण राख लिया संतन का सदका निर्गुण राख लिया सतगुर डाक लिया मोहे पापी पड़दा सतगुर डाक लिया मोहे पापी पड़दा निर्गुण राख लिया निर्गुण राख लिया संतन का सदका निर्गुण राख लिया निर्गुण राख लिया निर्गुण राख लिया ਹਾਂਜੀ ਇਹ ਸਨ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ ਤੇ 97.3 FM ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਆਓ ਇਹਨਾਂ ਵਿਚਾਰਾਂ ਨੂੰ ਜਿਹੜੀਆਂ ਅੱਗੇ ਲਿਖੀਆਂ ਨੇ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ। ਸਤਵੀਰ ਸਿੰਘ ਜੀ ਆਪਣੀ ਕਿਤਾਬ ਕਥਾ ਪੁਰਾਤਨ ਇਉਂ ਸੁਣੀ ਦੇ ਵਿੱਚ ਗੁਰਬਿਲਾਸ ਪਾਤਸ਼ਾਹੀ 6ਵੀਂ ਦਾ ਜਿਹੜਾ ਹੈ
ਚੌਥੇ ਤੇ 5ਵੇਂ ਅਧਿਆਏ ਦੇ ਆਧਾਰ ਦੇ ਉੱਤੇ ਇਹ ਸ਼ਬਦ ਲਿਖ ਰਹੇ ਨੇ। ਲਿਖਦੇ ਨੇ ਕਿ ਗੁਰੂ ਅਰਜਨ ਦੇਵ ਜੀ ਨੇ ਵਿਚਾਰਿਆ ਕਿ ਬਾਣੀ ਹੀ ਆਖਰ ਕਲਿਆਣ ਰੂਪ ਹੋਣੀ ਹੈ, ਸੋ ਬਾਣੀ ਇੱਕ ਥਾਂ ਇਕੱਠੀ ਕਰਕੇ ਆਦਰਯੋਗ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੰਨਣੀ ਚਾਹੀਦੀ ਹੈ। 10 ਮਹਿਲਾਂ ਤੱਕ ਰੂਪ ਹਮਾਰੇ ਆਗੇ ਪੂਜਾ ਗ੍ਰਹਿ ਨਿਸਤਾਰੇ, ਤਾਂ ਤੇ ਸਭ ਬਾਣੀ ਇਕੱਠੀਏ ਪੂਜਨੀਏ ਗੁਰੂ ਗ੍ਰੰਥ ਬਣਾਈਏ। ਅਧਿਆਇ ਚੌਥਾ। ਇਹ ਵੀ ਲਿਖਿਆ ਹੈ ਕਿ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਜਦੋਂ ਕੋਈ ਬਾਣੀ ਦੇ ਨਾਲ ਕੋਈ ਹੋਰ ਰਲਾ ਕੇ ਕੀਰਤਨ ਕਰਦਾ ਹੈ ਤਾਂ ਸੂਝਵਾਨ ਤਾਂ ਜਾਣ ਜਾਂਦੇ ਨੇ ਕਿ ਇਹ ਬਾਣੀ ਗੁਰੂ ਸਾਹਿਬ ਦੀ ਨਹੀਂ, ਪਰ ਆਮ ਸਿੱਖਾਂ ਲਈ ਬੜੀ ਮੁਸ਼ਕਲ ਹੁੰਦੀ ਹੈ। ਸੋ ਕਿਰਪਾ ਕਰਕੇ ਬੰਨ ਨੂੰ ਬੰਨੋ। ਹੋਰ ਪੰਥ ਦੀ ਅਗਵਾਈ ਲਈ ਇੱਕ ਗ੍ਰੰਥ ਦੀ ਲੋੜ ਹੈ। ਏਕ ਦਿਵਸ ਪ੍ਰਭ ਪ੍ਰਤੈ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਚਿਤ ਮੈਂ ਉਪਜੀ ਪ੍ਰਗਟਿਓ ਜਗ ਪੰਥ, ਤਹਿ ਕਾਰਨ ਕੀਚੇ ਅਬ ਗ੍ਰੰਥ। ਭਾਈ ਗੁਰਦਾਸ ਜੀ ਨੂੰ ਬੁਲਾ ਕੇ ਕਿਹਾ ਕਿ ਸਭ ਬਾਣੀ ਇੱਕ ਥਾਂ ਇਕੱਠੀ ਕਰਕੇ ਐਸਾ ਗ੍ਰੰਥ ਬਣਾ ਦੇਵੋ ਜੋ ਗੁਰੂ ਸਮਾਨ ਹੀ ਹੋਵੇ। ਤਾਂ ਤੇ ਗੁਰਬਾਣੀ ਸਭ ਕੀਜੀਏ ਇਕੱਤਰ, ਅਬ ਸੋਧ ਗੁਰਬਾਣੀ ਤਾਂ ਕੋ ਗ੍ਰੰਥ ਇੱਕ ਠਾਨ ਹੈ। ਪੂਜਨੀਏ ਜਗ ਹੋਏ, ਗੁਰ ਸਮ ਗ੍ਰੰਥ ਜੋਏ, ਪੂਜ ਕਰੇ ਸਿੱਖ ਮੁਕਤ ਰੂਪ ਸੁਜਾਨ ਹੈ। ਅਧਿਆਇ ਚੌਥਾ। ਗੁਰੂ ਅਰਜਨ ਦੇਵ ਜੀ ਨੇ ਭਾਈ ਜੀ ਨੂੰ ਕਿਹਾ ਕਿ ਉਹ ਪੋਥੀਆਂ ਜੋ ਬਾਬਾ ਮੋਹਨ ਜੀ ਪਾਸ ਹਨ, ਤੁਸੀਂ ਹੀ ਜਾ ਕੇ ਲੈ ਆਵੋ। ਭਾਈ ਗੁਰਦਾਸ ਜੀ ਗੋਇੰਦਵਾਲ ਪੁੱਜ ਸਾਰੀ ਰਾਤ ਖੜੇ ਹੋ ਕੇ ਮੋਹਨ ਜੀ ਨੂੰ ਪੁਕਾਰਦੇ ਰਹੇ, ਪਰ ਉਹਨਾਂ ਨੇ ਦਰਵਾਜ਼ਾ ਨਾ ਖੋਲ੍ਹਿਆ ਤੇ ਨਾ ਹੀ ਮਿਲੇ। ਸਾਰੀ ਨਿਸਦਰ ਠੰਡਾ ਰਹਾ, ਊਚ ਪੁਕਾਰਤ ਦਰਸ ਨਾ ਲਹਾ। ਇਹ ਕਹਿ ਕੇ ਮੁੜ ਆਏ ਕਿ ਮੋਹਨ ਤਾਂ ਮਸਤ ਅਲਮਸਤ ਹੈ। ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭੇਜਿਆ। ਉਹ ਚੁਬਾਰੇ ਚੜ੍ਹ ਕਮਰੇ ਦੀ ਚੂਲ ਤੱਕ ਵੀ ਪੁੱਟੀ, ਪਰ ਬਾਬਾ ਜੀ ਦੀ ਸਮਾਧੀ ਨਾ ਤੋੜ ਸਕੇ। ਬਾਬਾ ਬੁੱਢਾ ਜੀ ਨੇ ਆ ਕੇ ਕਿਹਾ, ਐਵੇਂ ਕੈਸੇ ਪੋਥੀਆਂ ਖੁੱਲ੍ਹੇ, ਨਾ ਤਿਨ ਕਾ ਧਿਆਨ। ਇਹ ਸੁਣ ਕੇ ਗੁਰੂ ਜੀ ਨੇ ਨਿਜ ਮਨ ਕੀਨ ਵਿਚਾਰ, ਆਪ ਚੱਲ ਜਾਈਏ, ਸ੍ਰੀ ਗੁਰ ਕੈ ਪ੍ਰਤਾਪ ਪੋਥੀਆਂ ਪਾਈਏ। ਗੋਇੰਦਵਾਲ ਪਹੁੰਚ ਕੇ ਗੁਰੂ ਜੀ ਨੇ ਬੌਲੀ ਸਾਹਿਬ ਇਸ਼ਨਾਨ ਕੀਤਾ, ਜਪਜੀ ਪੜ੍ਹੀ ਤੇ ਅਰਦਾਸ ਕੀਤੀ ਕਿ ਜਿਸ ਕਾਰਜ ਲਈ ਗੋਇੰਦਵਾਲ ਆਏ ਹਾਂ ਉਹ ਪੂਰਨ ਹੋਵੇ। ਬਾਬਾ ਜੀ ਨੇ ਬਾਬਾ ਮੋਹਨ ਦੇ ਅਸਥਾਨ ਤੇ ਜਾ ਕੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਦਾ ਸ਼ਬਦ ਤੰਬੂਰੇ ਦੇ ਨਾਲ ਉਚਾਰਿਆ। ਪਹਿਲੀ ਪੌੜੀ ਸੁਣ ਕੇ ਮੋਹਨ ਜੀ ਨੇ ਬਾਰੀ ਤਾਂ ਖੋਲ੍ਹੀ, ਪਰ ਕੌੜੇ ਬਚਨ ਬੋਲੇ ਕਿ ਆਪਣੇ ਘਰ ਫੁੱਟ ਪਾ ਕੇ ਵੱਡੇ ਭਰਾ ਨੂੰ ਕੱਢ ਇੱਥੇ ਕੀ ਲੈਣ ਆਇਆ ਹੈ। ਪਾਟਕ ਪਾਏ ਦਿਓ ਆਪਣੇ ਗਹਿ ਰਹਿ, ਭਰਾਤ ਨਿਕਸ ਵੱਡੋ ਸੁਖ ਧਾਰੇ। ਧੀਰਜ ਦੀ ਮੂਰਤ ਗੁਰੂ ਜੀ ਨੇ ਬਾਬਾ ਮੋਹਨ ਜੀ ਦੇ ਕੌੜੇ ਬਚਨ ਸੁਣ ਕੇ ਉਚਾਰਿਆ, ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ। ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਜੀ ਦੀ ਸਹਿਨਸ਼ੀਲਤਾ ਤੇ ਹੈਰਾਨ ਹੋਏ ਤੇ ਮਨੋਂ ਵਿਚਾਰਿਆ ਕਿ ਪੋਥੀਆਂ ਗੁਰੂ ਜੀ ਦੇ ਹਵਾਲੇ ਕਰ ਦੇਣੀਆਂ ਚਾਹੀਦੀਆਂ ਨੇ। ਮੋਹਨ ਜੀ ਅੰਦਰੋਂ ਪੋਥੀਆਂ ਲੈਣ ਚਲੇ ਗਏ ਤਾਂ ਗੁਰੂ ਜੀ ਨੇ ਫਿਰ ਮੋਹਨ ਤੁਧ ਸਤ ਸੰਗਤ ਧਿਆਵੇ ਦਰਸ ਧਿਆਨ। ਇਹ ਸੁਣਦੇ ਹੋਏ ਮੋਹਨ ਜੀ ਪੋਥੀਆਂ ਇੰਜ ਲੈ ਕੇ ਆਏ ਜਿਵੇਂ ਬੀਨ ਤੇ ਸੱਪ ਦੌੜਿਆ ਆਉਂਦਾ ਹੈ। ਪੋਥੀਆਂ ਹਾਥ ਲੈ ਆਇਓ ਤਵੇ, ਜਸ ਬੀਨ ਸੁਨੇ ਚਲ ਬਾਸਕ ਆਇਓ। ਨਿਰੀਆਂ ਪੋਥੀਆਂ ਹੀ ਨਾ ਦਿੱਤੀਆਂ, ਸਗੋਂ ਚਰਨ ਕਮਲਾਂ ਤੇ ਸੀਸ ਰੱਖ ਦਿੱਤਾ। ਗੁਰ ਕੇ ਚਰਨਾਂ ਬੁਝ ਸੀਸ ਨਵਾਇਓ। ਤਾਂ ਗੁਰੂ ਅਰਜਨ ਜੀ ਨੇ ਉਹਨਾਂ ਦਾ ਸੀਸ ਆਪਣੇ ਹੱਥਾਂ ਵਿੱਚ ਲੈ ਕੇ ਕਿਹਾ, ਤੁਹਾਡਾ ਮੱਥਾ ਟੇਕਣਾ ਨਹੀਂ ਫੱਬਦਾ। ਤੁਸੀਂ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੱਡੇ ਪੁੱਤਰ ਹੋਣ ਦੇ ਨਾਤੇ ਆਦਰ ਦੇ ਪਾਤਰ ਹੋ। ਪਰ ਮੋਹਨ ਜੀ ਨੇ ਅੱਗੋਂ ਖਿਮਾ ਹੀ ਮੰਗੀ, ਜਾਣ ਤੇ ਕਹਿਣ
ਕਿ ਭੁੱਲ ਬਖਸ਼ਾਉਣ ਲਈ ਮੈਨੂੰ ਇੱਕ ਵਾਰ ਪੈਰਾਂ ਨੂੰ ਹੱਥ ਜ਼ਰੂਰ ਲਗਾਉਣ ਦਿਓ। ਚਰਨ ਪਰਨ ਮਮ ਦੀਜੀਏ, ਪੂਰੀ ਭੂਲ ਬਖਸ਼ਾਏ। ਅਧਿਆਇ ਚੌਥਾ। ਮੋਹਨ ਜੀ ਦੀ ਉਤਨੀ ਦੇਰ ਤੱਕ ਤਸੱਲੀ ਨਾ ਹੋਈ ਜਦ ਤੱਕ ਗੁਰੂ ਜੀ ਦੇ ਚਰਨਾਂ ਉੱਤੇ ਹੱਥ ਨਾ ਲਾਇਆ। ਗੁਰੂ ਜੀ ਨੇ ਸ਼ਬਦ ਦਾ ਅੰਤਲਾ ਬੰਦ ਪੜ੍ਹਿਆ। ਮੋਹਨ ਤੋਂ ਸੁਫਲ ਫਲਿਆ ਸਣ ਪਰਵਾਰੇ, ਮੋਹਨ ਪੁੱਤਰ ਮੀਤ ਭਾਈ ਕੁਟੁੰਬ ਸਭ ਤਾਰੇ। ਤਾਰਿਆ ਜਹਾਨ ਲਾਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਮੋਹਨ ਜੀ ਅਤ ਨਿਮਰਤਾ ਵਿੱਚ ਆ ਗਏ ਤੇ ਕਿਹਾ, ਮੈਨੂੰ ਨਾਲ ਜਾਣ ਦੀ ਆਗਿਆ ਦਿਓ ਤਾਂ ਕਿ ਸਰੋਵਰ ਦੀ ਕਾਰ ਕੱਢ ਹੱਥੀਂ ਸੇਵਾ ਕਰਕੇ ਜੀਵਨ ਸਫਲਾ ਕਰਾਂ। ਮਹਾਰਾਜ ਨੇ ਕਿਹਾ, ਤੁਹਾਨੂੰ ਹੁਣ ਹੋਰ ਸੇਵਾ ਦੀ ਲੋੜ ਨਹੀਂ। ਤੁਹਾਡੇ ਵਿੱਚ ਸਾਰੇ ਹੀ ਗੁਣ ਹਨ। ਤੁਹਾਡੇ ਲਈ ਇਹ ਹੀ ਸੇਵਾ ਹੈ। ਬਾਣੀ ਪੜ੍ਹਦੇ ਰਹੋ ਤੇ ਹੋਰਨਾਂ ਨੂੰ ਰਾਹੇ ਪਾਉਂਦੇ ਰਹੋ। ਗੁਰੂ ਨਾਨਕ ਕਾ ਮੰਤਰ ਉਚਾਰੋ, ਆਪ ਤਰੋ ਸਗਲੇ ਕੁਲ ਤਾਰੋ। ਪੋਥੀਆਂ ਦਾ ਪ੍ਰਾਪਤ ਕਰਨਾ ਸੁਣ ਬਾਬਾ ਮੋਹਰੀ ਜੀ ਵੀ ਆ ਗਏ। ਜਦ ਉਹਨਾਂ ਚਰਨੀ ਹੱਥ ਲਾਉਣਾ ਚਾਹਿਆ ਤਾਂ ਵੀ ਨਿਮਰਤਾ ਦੇ ਰੂਪ ਗੁਰੂ ਜੀ ਨੇ ਕਿਹਾ, ਤੁਮ ਮਾਮੇ ਹੋ ਚਰਨ ਨ ਪਰੋ, ਤੁਮਰੀ ਚਰਨ ਧੂਰ ਮੈਂ ਧਰੋ। ਮੋਹਰੀ ਜੀ ਨੇ ਕਿਹਾ ਕਿ ਮੈਂ ਤੁਹਾਡਾ ਉਸੇ ਤਰ੍ਹਾਂ ਸੇਵਕ ਹਾਂ ਜਿਵੇਂ ਅਕਰੂਰ ਕਾਹਨ ਕ੍ਰਿਸ਼ਨ ਦਾਸੀ। ਮੋਹਰੀ ਜੀ ਦੇ ਘਰੋਂ ਬੀਬੀ ਆਤਮਾ ਦੇਵੀ ਜੀ ਵੀ ਆਏ ਤੇ ਭੇਟਾ ਚਰਨੀ ਰੱਖੀਆਂ ਅਤੇ ਕਿਹਾ, ਗੰਗਾ ਜੀ ਨੂੰ ਮੇਰੀ ਰਾਮ ਸਤ ਕਹਿਣੀ ਤੇ ਤੁਸੀਂ ਆਪਣਾ ਜਾਣ ਕੇ ਸਦਾ ਯਾਦ ਵਿੱਚ ਰੱਖਣਾ। ਆਪਨ ਜਾਨ ਹਮਕੋ ਚਿਤ ਰਹਿ ਚਾਹੀਓ। ਮੋਹਰੀ ਜੀ ਦੇ ਪੁੱਤਰ ਆਨੰਦ ਤੇ ਉਹਨਾਂ ਦੇ ਬੇਟੇ ਸੁੰਦਰ ਜੀ ਵੀ ਆਏ। ਗੁਰੂ ਜੀ ਸੁੰਦਰ ਨਾਲ ਬਿਆਸਾ ਕਿਨਾਰੇ ਗਏ ਅਤੇ ਸੁੰਦਰ ਜੀ ਨੇ ਸਾਰਾ ਵਰਤਾਂਤ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਤੇ ਅੰਤ ਸਮੇਂ ਦੇ ਜੋ ਬਚਨ ਤੀਜੇ ਪਾਤਸ਼ਾਹ ਨੇ ਕੀਤੇ 6 ਪੌੜੀਆਂ ਵਿੱਚ ਉਚਾਰ ਸੁਣਾਏ। ਉਸੇ ਨੂੰ ਹੁਣ ਸੱਦ ਦੀ ਬਾਣੀ ਕਹਿੰਦੇ ਨੇ। ਗੁਰੂ ਅਰਜਨ ਜੀ ਨੇ ਸੱਦ ਸੁਣ ਕੇ ਫਰਮਾਇਆ, ਇਹ ਸੱਦ ਨੂੰ ਰਚੀ ਜਾ ਰਹੀ ਬੀੜ ਦੇ ਵਿੱਚ ਆਨੰਦ ਸਾਹਿਬ ਉਪਰੰਤ ਅੰਕਿਤ ਕਰਾਂਗੇ। ਜਦ ਤੱਕ ਭੂਮ ਆਕਾਸ਼ ਹੈ ਤੁਹਾਡਾ ਜਸ ਰਵੇਗਾ ਤੇ ਦੂਜੇ ਜੋ ਇਹ ਸੱਦ ਪੜ੍ਹੇਗਾ ਜਮ ਦੀ ਨਜ਼ਰ ਉਸ ਤੇ ਨਹੀਂ ਪੈਣ ਲੱਗੀ। ਅੰਤ ਸਮੇਂ ਸਦ ਜੋਏ ਪੜ੍ਹੈ ਨਰ, ਤਾਂ ਪਰ ਅੰਤਕ ਦ੍ਰਿਸ਼ਟ ਨਾ ਚੀਨੋ। ਅਧਿਆਇ ਚੌਥਾ। ਮਹਾਰਾਜ ਦਾ ਸਾਨੂੰ ਸਮਝਾਉਣਾ ਸੀ ਕਿ ਸਿੱਖ ਆਨੰਦ ਦੇ ਵਿੱਚ ਸੱਦਣਹਾਰ ਨੂੰ ਨਹੀਂ ਭੁਲਾਉਂਦਾ ਤੇ ਸੱਦੇ ਜਾਣ ਤੇ ਵੀ ਉਸ ਦਾ ਆਨੰਦ ਨਹੀਂ ਟੁੱਟਦਾ। ਗੁਰੂ ਅਰਜਨ ਜੀ ਨੇ ਮੋਹਰੀ ਜੀ ਨੂੰ ਕਿਹਾ, ਤੁਹਾਡੇ ਕਹਿਣ ਅਨੁਸਾਰ 3 ਦਿਨ ਰੁਕੇ ਹਾਂ, ਹੁਣ ਅੰਮ੍ਰਿਤਸਰ ਪਹੁੰਚਣਾ ਜ਼ਰੂਰੀ ਹੈ। ਸੋ ਪੋਥੀਆਂ ਲਈ ਇੱਕ ਪਾਲਕੀ ਮੰਗਵਾ ਦਿਓ ਤਾਂ ਕਿ ਆਦਰ ਦੇ ਨਾਲ ਲੈ ਜਾਈਏ। ਮੋਹਰੀ ਜੀ ਨੇ ਅਤੀ ਸੁੰਦਰ ਪਾਲਕੀ ਮੰਗਵਾਈ ਜੋ ਨਗਾਂ ਹੀਰੇ ਮਾਨਕਾਂ ਦੇ ਨਾਲ ਜੜੀ ਹੋਈ ਸੀ। ਨਗ ਮਾਨਕ ਜਾਂ ਕੇ ਖਚੇ ਸੁੰਦਰ ਸੋਭ ਅਪਾਰ, ਖਾਸੀ ਭਾਵ ਕੇ ਪਾਲਕੀ ਤਵੇ ਮਗਾਇਓ ਮੋਹਰੀ ਜੀ ਤਤਸਕਾਰ। ਅਧਿਆਇ ਚੌਥਾ। ਗੁਰੂ ਜੀ ਇਸ ਪਾਲਕੀ ਨੂੰ ਦੇਖ ਕੇ ਬੜੇ ਹੀ ਪ੍ਰਸੰਨ ਹੋਏ। ਸਾਰੀਆਂ ਪੋਥੀਆਂ ਉਸ ਪਾਲਕੀ ਦੇ ਵਿੱਚ ਰੱਖੀਆਂ। ਗੁਰੂ ਜੀ ਨੇ ਦੀ ਆਗਿਆ ਪਾ ਕੇ ਪਾਲਕੀ ਸਿੱਖਾਂ ਨੇ ਉਠਾ ਲਈ। ਗੁਰੂ ਜੀ ਨੰਗੇ ਪੈਰੀਂ ਪਾਲਕੀ ਦੇ ਨਾਲ ਤੁਰੇ। ਬਿਨ ਪਦ ਤ੍ਰਾਣ ਚਲੇ ਗੁਰ ਜਾਹੀਂ, ਘੋੜੇ ਸ਼ਿੰਗਾਰੇ ਹੋਏ ਖਾਲੀ ਹੀ ਨਾਲ ਦੌੜ ਰਹੇ ਸਨ। ਸਭ ਨੇ ਜੋੜੇ ਉਤਾਰ ਦਿੱਤੇ ਤੇ ਨੰਗੀ ਪੈਰੀਂ ਹੋ ਕੇ ਗਏ। ਸਿੱਖਾਂ ਬੇਨਤੀ ਕੀਤੀ ਕਿ ਅਸੀਂ ਪੈਦਲ ਚੱਲਦੇ ਹਾਂ, ਤੁਸੀਂ ਘੋੜੇ ਤੇ ਸਵਾਰ ਹੋ ਜਾਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਸਾਡੇ ਲਈ ਪੂਰਨੇ ਪਾ ਰਹੇ ਸਨ ਫਰਮਾਉਣ ਲੱਗੇ, 4 ਗੁਰੂ ਕੋ ਰੂਪ ਇਹ, ਬੜੀ ਬੇਅਬਦੀ ਹੋਏ ਨਗਨ ਪਾਉ ਹੀ ਸੰਗ ਚਲੋਂ, ਭਲੀ ਬਾਤ ਹੈ ਸੋਏ। ਅਧਿਆਇ ਚੌਥਾ। ਗੋਇੰਦਵਾਲ ਤੋਂ ਖਡੂਰ ਸਾਹਿਬ ਦਾ ਰਾਹ ਪਕੜਿਆ। ਖਡੂਰ ਸਾਹਿਬ ਦੂਰੋਂ ਹੀ ਜਦ ਨਜ਼ਰ ਆਇਆ ਤਾਂ ਸਿਰ ਝੁਕਾਇਆ ਤੇ ਪੁੱਜਦੇ ਸਾਰ ਪਹਿਲਾਂ ਪ੍ਰਸ਼ਾਦ ਚੜਾਇਆ ਤੇ ਅਰਦਾਸ ਕੀਤੀ ਕਿ ਇਹ ਦਾਨ ਦੇਵੋ ਕਿ ਹਰ ਵੇਲੇ ਦਿਨ ਰਾਤ ਨਾਮ ਜਪਦਾ ਰਵਾਂ ਜੋ ਸੁਖਕਾਰੀ ਹੈ।
ਗੁਰੂ ਜੀ ਜਦ ਜਲਾਹੇ ਦੀ ਕਿੱਲੀ ਪਾਸ ਆਏ, ਜਿਸ ਨਾਲ ਗੁਰੂ ਅਮਰਦਾਸ ਜੀ ਦਾ ਰਾਤ ਦੇ ਹਨੇਰੇ ਵਿੱਚ ਠੁੱਡਾ ਲੱਗਾ ਸੀ, ਤੇ ਉਹ ਹਰੀ ਭਰੀ ਹੋ ਕਰੀਰ ਦਾ ਦਰਖਤ ਬਣ ਗਿਆ ਸੀ, ਤਾਂ ਸੰਗਤ ਦਾ ਇਕੱਠ ਹੋ ਗਿਆ। ਆਪ ਜੀ ਦਾ ਆਉਣਾ ਸੁਣ ਕੇ ਦਾਤੂ ਜੀ ਵੀ ਉਸੇ ਸਮੇਂ ਦਰਸ਼ਨਾਂ ਨੂੰ ਆਏ ਤੇ ਉਹਨਾਂ ਸਿਰ ਨਵਾਇਆ ਤੇ ਹੱਥਾਂ ਦੇ ਵਿੱਚ ਦਾਤੂ ਜੀ ਦਾ ਹੱਥ ਫੜ ਕੇ ਆਪਣੇ ਨਾਲ ਬਿਠਾ ਲਿਆ। ਜਦ ਦਾਤੂ ਜੀ ਨੇ ਫਿਰ ਬੰਦਨਾ ਕਰਨੀ ਚਾਹੀ ਤਾਂ ਮਹਾਰਾਜ ਨੇ ਕਿਹਾ, ਇਹ ਅਯੋਗ ਕੰਮ ਨਾ ਕਰੋ, ਤੁਸੀਂ ਵੱਡਿਆਂ ਦੀ ਸੰਤਾਨ ਹੋ ਤੇ ਆਦਰਯੋਗ ਹੋ। ਦਾਤੂ ਜੀ ਨੇ ਕਿਹਾ, ਮਹਾਰਾਜ ਰੋਕੋ ਨਹੀਂ, ਮੈਨੂੰ ਭੁੱਲ ਬਖਸ਼ਾ ਲੈਣ ਦਿਓ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸ਼ੁੱਧ ਸਰੂਪ ਸਨ, ਪਰ ਅਸਾਂ ਮੂਰਖਾਂ ਨੇ ਪਿਤਾ ਹੀ ਜਾਣਿਆ ਤੇ ਗੁਰੂ ਜਾਣ ਕੇ ਸੇਵਾ ਨਾ ਕੀਤੀ। ਸ੍ਰੀ ਗੁਰੂ ਅੰਗਦ ਸ਼ੁੱਧ ਨਰ ਹਰੈ, ਪਿਤਾ ਮਾਨ ਹਮ ਸੇਵ ਨਾ ਕਰੈ। ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ ਤੇ ਗੁਰੂ ਪਦਵੀ ਪਾ ਗਏ। ਇਤਨੀ ਸੇਵਾ ਕੀਤੀ ਕਿ ਚਾਦਰ ਦੇ ਨਾਲ ਹੀ ਅੰਗੂਠੇ ਦਾ ਗੰਧ ਤੱਕ ਲੱਗ ਜਾਂਦਾ ਸੀ। ਆਪ ਜੀ ਸਾਫ਼ ਕਰਨ ਲਈ ਚੂਸ ਤੱਕ ਲੈਂਦੇ ਸਨ। ਜਦ ਇਸ਼ਨਾਨ ਹਿਤ ਪਾਣੀ ਲੈਣ ਬਿਆਸਾ ਤੇ ਜਾਂਦੇ ਸਨ ਤੇ ਰਾਹ ਵਿੱਚ ਜਪਜੀ ਪੜ੍ਹਦੇ ਜਾਂਦੇ ਸਨ। ਜਿੱਥੇ ਜਪਜੀ ਦਾ ਭੋਗ ਪਾਉਂਦੇ ਸਨ, ਉੱਥੇ ਹੀ ਹੁਣ ਦਮਦਮਾ ਸਾਹਿਬ ਹੈ, ਜੋ ਸਾਰੇ ਜਗਤ ਦੀਆਂ ਆਸਾਂ ਪੂਰੀਆਂ ਕਰਦਾ ਹੈ। ਤਿਸੀ ਅਸਥਾਨ ਦਮਦਮਾ ਸੋ ਹੈ, ਜਗਤ ਕਾਮ ਪੂਰਨ ਮਨਮੋਹ ਹੈ। ਜਦ ਜੁਲਾਹੇ ਦੀ ਗੱਡੀ ਹੋਈ ਖੜੀ ਕਿੱਲੀ ਦੇ ਨਾਲ ਠੇਡਾ ਲੱਗਾ ਸੀ ਤਾਂ ਪਾਣੀ ਦੀ ਗਾਗਰ ਗਿਰਨ ਨਹੀਂ ਸੀ ਦਿੱਤੀ। ਗਾਗਰ ਜਲ ਸਿਰ ਗਿਰਨ ਨਾ ਦੀਨੀ, ਰੱਖੀ ਥਾਂਬ ਦੋਹ ਕਰ ਦ੍ਰਿੜ ਕੀਨੀ। ਉਸ ਵੇਲੇ ਜਲਾਹੇ ਦੇ ਪੁੱਛਣ ਤੇ ਜਲਾਹੀ ਨੇ ਕਿਹਾ ਸੀ ਕਿ ਅਮਰੂ ਹੈ ਨਿਥਾਵਾਂ, ਜਾ ਕੋ ਰੈਣ ਆਰਾਮ ਨਹਿ, ਜਲ ਢੋਵਤ ਦੁਖ ਪਾਵ। ਇਹ ਵਾਕ ਸੁਣ ਕੇ ਗੁਰੂ ਅਮਰਦਾਸ ਜੀ ਨੇ ਰਤਾ ਪਰ ਗੁੱਸਾ ਨਹੀਂ ਸੀ ਕੀਤਾ, ਸਿਰਫ ਇਤਨਾ ਹੀ ਕਿਹਾ ਸੀ ਕਿ ਮੈਂ ਨਿਥਾਵਾਂ ਨਹੀਂ, ਥਾਂ ਵਾਲਾ ਹੈ। ਤੂੰ ਕਮਲੀ ਹੋਏ ਇਹ ਬੋਲ ਬੋਲੇ ਨੇ। ਉਸੇ ਚਾਅ ਦੇ ਨਾਲ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ ਸੀ। ਜਾਣੀ ਜਾਣ ਗੁਰੂ ਜੀ ਨੇ ਪੁੱਛਿਆ ਕਿ ਅੱਜ ਪ੍ਰਭਾਤ ਜੋ ਬੀਤੀ ਉਹ ਖੋਲ ਕੇ ਦੱਸੋ। ਮਹਾਰਾਜ ਨੇ ਕੁਝ ਨਾ ਕਿਹਾ ਤਾਂ ਜਲਾਹੀ ਨੂੰ ਬੁਲਾਇਆ। ਉਹ ਬਹੁਤ ਹੀ ਡਰੇ, ਪਰ ਮਹਾਰਾਜ ਨੇ ਕਿਹਾ ਕਿ ਨਿਸੰਗ ਹੋ ਕੇ ਕਹੋ। ਤਾਂ ਉਹਨਾਂ ਕਿਹਾ, ਮੈਂ ਆਖਿਆ ਸੀ ਨਿਥਾਵਾ ਅਮਰੂ ਰੈਨ ਫਰਾਈ। ਮਹਾਰਾਜ ਨੇ ਉਸੇ ਸਮੇਂ ਸੁਣਦੇ ਹੀ ਕਿਹਾ, ਅਮਰਦਾਸ ਜੀ ਮਾਨ ਨੇ ਮਾਨਾ, ਨਿਥਾਵਿਆਂ ਕੀ ਥਾਮ ਤੂੰ, ਨਿਓਟਿयों ਕੀ ਤੁਮ ਓਟ, ਜੋ ਨਰ ਤੁਮ ਦਰਸ਼ਨ ਕਰੇ, ਮਿਟੇ ਪਾਪ ਤਹ ਕੋਟ। ਗੁਰੂ ਜੀ ਨੇ ਜਲਾਹੇ ਨੂੰ ਕਿਹਾ ਕਿ ਉਹ ਅਸਥਾਨ ਤੁਸੀਂ ਹੁਣ ਛੱਡ ਦਿਓ ਤੇ ਭਾਰੀ ਰਕਮ ਦੇ ਕੇ ਉੱਥੇ ਸੁੰਦਰ ਅਸਥਾਨ ਬਣਾਇਆ। ਉਹ ਕਿੱਲੀ ਹਰੀ ਭਰੀ ਹੋ ਗਈ। ਗੁਰੂ ਜੀ ਨੇ ਗੁਰਗੱਦੀ ਦੀ ਜ਼ਿੰਮੇਦਾਰੀ ਗੁਰੂ ਅਮਰਦਾਸ ਜੀ ਨੂੰ ਬਖਸ਼ੀ। 3 ਵਾਰੀ ਮੈਨੂੰ ਦਾਤੂ ਜੀ ਨੂੰ, ਭਾਵ ਦਾਤੂ ਜੀ ਦੱਸਦੇ ਨੇ ਇਹ ਸਾਰਾ ਕੁਛ, ਮੈਨੂੰ ਕਿਹਾ, ਪਰ ਮੈਂ ਬਚਨ ਨਾ ਮੰਨਿਆ। ਉਹਨਾਂ ਸਮਝਾਇਆ ਵੀ ਕਿ ਇਹ ਅਜਰ ਵਸਤੂ ਹੈ, ਜਿਸ ਤੇ ਬਖਸ਼ਿਸ਼ ਹੁੰਦੀ ਹੈ ਸੋ ਹੀ ਜਰ ਸਕਦਾ ਹੈ। ਇਹ ਅਜਰ ਤੁਮ ਨਹੀਂ ਜਰੋ, ਇਹ ਜਰ ਹੈ ਬਖਸ਼ੀਸ। ਗੁਰੂ ਅਮਰਦਾਸ ਜੀ ਨੂੰ ਗੱਦੀ ਮਿਲਣ ਤੇ ਦਾਤੂ ਜੀ ਦੱਸ ਰਹੇ ਸਨ ਕਿ ਉਹਨਾਂ ਨੂੰ ਸੁੱਧ ਬੁੱਧ ਹੀ ਭੁੱਲ ਗਈ। ਬਲ ਦੇ ਨਾਲ ਆਪਣੀ ਪਗੜੀ ਬਰਾਦਰੀ ਕੋਲੋਂ ਵਹਾ ਲਈ। ਈਰਖਾਬਾਦੀ ਦੇਖ ਕੇ ਗੁਰੂ ਅਮਰਦਾਸ ਜੀ ਗੋਇੰਦਵਾਲ ਜਾ ਟਿਕੇ। ਉਹਨਾਂ ਦੀ ਸੋਭਾ ਚਹੁੰ ਕੁੰਟੀ ਫੈਲ ਗਈ। ਮੈਨੂੰ ਉਹਨਾਂ ਦੀ ਸੋਭਾ ਨਾ ਪਾਈ। ਮੈਂ ਭਰੀ ਸਭਾ ਵਿੱਚ ਜਾ ਕੇ ਲੱਤ ਮਾਰੀ। ਉਹ ਤਖ਼ਤ ਤੋਂ ਹੇਠਾਂ ਡਿੱਗ ਪਏ। ਪਰ ਧੰਨ ਹਨ ਉਹ ਕਿ ਮੇਰੇ ਪੈਰਾਂ ਨੂੰ ਪਕੜ ਕੇ ਕਹਿਣ ਲੱਗੇ, ਤੁਹਾਡੇ ਪੈਰ ਕੋਮਲ ਨੇ, ਮੇਰਾ ਸਰੀਰ ਹੱਡੀਆਂ ਦਾ ਪਿੰਜਰ ਹੈ, ਕਿਧਰੇ ਚੋਟ ਤਾਂ ਨਹੀਂ ਲੱਗੀ। ਤੁਸੀਂ ਖੂਬ ਤਾੜਨਾ ਕੀਤੀ ਕਿ ਗੁਰੂ ਸੁੱਤ ਆਇਆ ਹੈ, ਮੈਨੂੰ ਉੱਠ ਕੇ ਅੱਗੋਂ ਮਿਲਣਾ ਚਾਹੀਦਾ ਹੈ। ਅਗਲੇ ਦਿਨ ਗੁਰੂ ਜੀ ਗੋਇੰਦਵਾਲ ਹੀ ਛੱਡ ਗਏ। ਸੰਗਤਾਂ ਵਿਆਕੁਲ ਹੋਈਆਂ। ਬਾਬਾ ਬੁੱਢਾ ਜੀ ਨੇ ਉਹ ਸਥਾਨ ਲੱਭਾ ਤੇ ਗੁਰੂ ਜੀ ਨੂੰ ਵਾਪਸ ਲੈ ਆਏ। ਮੈਂ ਭੁੱਲ ਗਿਆ ਸੀ, ਗੁਣ ਬਿਨ ਪੂਜ ਨਾ ਹੋਵਈ, ਨੈ ਵਿਦਿਆ ਬਿਨ ਮਾਨ। ਉਸ ਗਊ ਦਾ ਕੀ ਲਾਭ
ਜੋ ਗਲੇ ਦੇ ਵਿੱਚ ਟਲ ਖੜਕਾਉਂਦੀ ਤਾਂ ਰਵੇ ਪਰ ਦੁੱਧ ਨਾ ਦੇਵੇ। ਜਿਸ ਲੱਤ ਦੇ ਨਾਲ ਗੁਰੂ ਜੀ ਦੀ ਬੇਅਦਬੀ ਕੀਤੀ ਸੀ ਉਹ ਰੋਗ ਗ੍ਰਸਤ ਹੋ ਗਈ। ਮੈਂ ਪਹਿਲਾਂ ਤਾਂ ਬਖਸ਼ਾਉਣ ਲਈ ਨਾ ਗਿਆ, ਪਰ ਜਦ ਉਹ ਜੋਤੀ ਜੋਤ ਸਮਾਉਣ ਲੱਗੇ ਤਾਂ ਮੈਂ ਖਿਮਾ ਮੰਗੀ ਤਾਂ ਕਹਿਣ ਲੱਗੇ, ਤੇਰਾ ਰੋਗ ਗੁਰੂ ਰਾਮਦਾਸ ਜੀ ਦਾ ਪੁੱਤਰ ਹੀ ਦੂਰ ਕਰੇਗਾ। ਅੱਜ ਤੁਹਾਡੇ ਦੀਦਾਰ ਹੋਏ ਨੇ, ਮਿਹਰ ਕਰੋ। ਦਾਤੂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨ ਪਕੜ ਲਏ। ਗੁਰੂ ਜੀ ਨੇ ਆਪਣਾ ਪਾਵਨ ਹੱਥ ਉਸ ਦੇ ਲੱਤ ਤੇ ਫੇਰਿਆ ਤੇ ਉਹ ਅਰੋਗ ਹੋ ਗਿਆ। ਦਾਤੂ ਤਬ ਗੁਰ ਪਗ ਕਰ ਲਾਇਓ, ਸੀ ਗੁਰ ਕਰ ਤਹ ਲਾਤ ਫਿਰਾਇਓ। ਲਾਤ ਰੋਗ ਤਹ ਛਿਨ ਭਇਓ ਨਾਸਾ, ਦਾਤੂ ਕੇ ਮਨ ਭਇਓ ਹੁਲਾਸਾ। ਖਡੂਰ ਸਾਹਿਬ ਹੀ ਟਿਕਣ ਲਈ ਦਾਤੂ ਜੀ ਨੇ ਕਿਹਾ, ਪਰ ਆਪ ਜੀ ਨੇ ਅੰਮ੍ਰਿਤਸਰ ਪੁੱਜ ਵੱਡਾ ਕਾਰਜ ਆਰੰਭ ਕਰਨਾ ਕਹਿ ਕੇ ਅਗੇਰੇ ਚੱਲ ਪਏ। ਦਾਤੂ ਜੀ ਇੱਕ ਕੋਹ ਨਾਲ ਹੀ ਗਏ। ਜਦ ਅੰਮ੍ਰਿਤਸਰ 2 ਕੋਹ ਭਾਵ ਕਿ 3 ਕਿਲੋਮੀਟਰ ਰਹਿ ਗਿਆ ਤਾਂ ਆਪ ਜੀ ਨੇ ਉੱਥੇ ਪੜਾਓ ਕੀਤਾ, ਇਸ਼ਨਾਨ ਕੀਤਾ। ਗੁਰੂ ਹਰਗੋਬਿੰਦ ਜੀ ਨੇ ਜਦ ਗੁਰੂ ਜੀ ਦੀਆਂ ਪੋਥੀਆਂ ਲੈ ਕੇ ਆਉਣਾ ਸੁਣਿਆ ਤਾਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦੇ ਨੂੰ ਨਾਲ ਲੈ ਕੇ ਨੰਗੀ ਪੈਰੀਂ ਅੱਗੋਂ ਲੈਣ ਹਿਤ ਆਏ। ਬਿਨ ਪਦ ਤਰਾਨ ਪਿਆਨ ਕੀਓ, ਹਰਗੋਬਿੰਦ ਤੋ ਗੁਰ ਕੋ ਸਮਹਾਏ। ਹੱਥ ਵਿੱਚ ਫੁੱਲ ਲੈ ਕੇ ਪੋਥੀ ਸਾਹਿਬ ਤੇ ਚੜਾਏ। ਗੁਰੂ ਜੀ ਨੇ ਸਭ ਦਾ ਕੁਸ਼ਲ ਪੁੱਛਿਆ ਤਾਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਕਿਹਾ, ਆਪ ਜੀ ਦੀ ਕਿਰਪਾ ਸਦਕਾ ਸਭ ਥਾਈਂ ਕੁਸ਼ਲ ਹੈ। ਇੱਥੋਂ ਪਾਲਕੀ ਇੱਕ ਪਾਸਿਓਂ ਭਾਈ ਗੁਰਦਾਸ ਜੀ ਤੇ ਗੁਰੂ ਜੀ ਨੇ ਉਠਾ ਲਈ ਤੇ ਦੂਜੇ ਪਾਸਿਓਂ ਬਾਬਾ ਬੁੱਢਾ ਜੀ ਤੇ ਗੁਰੂ ਹਰਗੋਬਿੰਦ ਜੀ ਨੇ ਚੁੱਕ ਲਈ। ਇੱਕ ਔਰ ਭਾਈ ਗੁਰੂ ਜੀ ਬਿਰਾਜੇ, ਦੁੱਤੀ ਔਰ ਬੁੱਢਾ ਸੁਬਹ ਹਰਗੋਬਿੰਦ। ਲਿਓ ਖਾਸ ਕੰਧੈ ਮਨ ਕੈ ਆਨੰਦ। ਅਧਿਆਇ ਚੌਥਾ। ਸ੍ਰੀ ਅੰਮ੍ਰਿਤਸਰ ਪੁੱਜ ਕੇ ਸਰੋਵਰ ਦੇ ਕੰਢੇ ਲਿਆ ਕੇ ਪਾਲਕੀ ਜੀ ਰੱਖ ਦਿੱਤੀ ਗਈ ਤੇ ਦਰਬਾਰ ਸਾਹਿਬ ਗੁਰੂ ਹਰਗੋਬਿੰਦ ਜੀ ਨਾਲ ਹੀ ਗੁਰੂ ਜੀ ਆਏ। ਸੰਗਤ ਦੇ ਵਿੱਚ ਅਗਲੇ ਦਿਨ ਭਾਈ ਗੁਰਦਾਸ ਜੀ ਨੂੰ ਸੰਬੋਧਨ ਕਰਦੇ ਕਿਹਾ ਕਿ ਇਹਨਾਂ ਪੋਥੀਆਂ ਤੋਂ ਐਸਾ ਜਹਾਜ਼ ਬਣਾਉਣਾ ਹੈ ਜਿਸ ਤੇ ਚੜ੍ਹ ਸਾਰਾ ਸੰਸਾਰ ਤਰ ਜਾਏਗਾ। ਗ੍ਰੰਥ ਜਹਾਜ਼ ਕਰੋ ਇਨ ਪੋਥੀਨ, ਪੜ੍ਹੇ ਸੁਣੇ ਨਰ ਜੋ ਦਰਸਾਈ। ਮਿਰਤ ਜੰਮਣ ਤਾਹੇ ਮਿਟੈ ਨਰਕੋ, ਪੁਨ ਅੰਤ ਸਮੇਂ ਗੁਰ ਸਿਮਰਤ ਪਾਈ। ਕੋਈ ਐਸੀ ਥਾਂ ਦੀ ਭਾਲ ਕਰੋ ਜਿੱਥੇ ਟਿਕ ਕੇ ਬੀੜ ਬਣਾਈ ਜਾ ਸਕੇ। ਭਾਈ ਜੀ ਨੇ ਕਿਹਾ, ਸਭ ਥਾਵਾਂ ਉੱਤਮ ਨੇ ਜੋ ਆਪ ਜੀ ਨੂੰ ਚੰਗੀਆਂ ਲੱਗਣ। ਮਨ ਭਾਉਂਦੀ ਥਾਂ ਗੁਰੂ ਜੀ ਨੂੰ ਕੋਈ ਦਿਸ ਨਹੀਂ ਸੀ ਰਹੀ। ਇੱਕ ਸੰਘਣਾ ਜੰਗਲ ਤੱਕਿਆ ਜਿੱਥੇ ਪਿੱਪਲ, ਬੇਰੀ, ਬਿੱਲ, ਜੰਡ, ਕਰੀਰ ਤੇ ਦਰਖਤ ਸਨ। ਨੇੜੇ ਹੀ ਛਪੜੀ ਵੀ ਸੀ ਜੋ ਹੁਣ ਰਾਮਸਰ ਹੈ। ਉਸ ਥਾਂ ਤੇ ਹੀ ਤੰਬੂ ਕਨਾਤਾਂ ਲਗਵਾ ਦਿੱਤੀਆਂ। ਥਾਂ ਦਾ ਨਾਮ ਰਾਮਸਰ ਰੱਖਿਆ ਤੇ ਸ਼ਬਦ ਉਚਾਰਿਆ, ਨਿਤ ਪ੍ਰਤਿ ਨਾਵਣ ਰਾਮਸਰ ਕੀਜੈ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਸੰਤ ਸੰਗ ਤਹ ਗੋਸ਼ਟ ਹੋਏ, ਕੋਟ ਜਨਮ ਕੇ ਕਿਲ ਵਿਖ ਖੋਏ। ਇਹ ਰਾਮ ਦੇ ਪੰਚ ਬੱਟੀ ਸਮਾਨ ਹੀ ਸੀ। ਇਹ ਵੀ ਦੱਸਦੇ ਨੇ ਕਿ ਬਨਵਾਸ ਸਮੇਂ ਰਾਮ ਜੀ ਵੀ ਇੱਥੇ ਆਏ ਸਨ। ਸ੍ਰੀ ਮੁਖ ਤੇ ਸ੍ਰੀ ਗੁਰੂ ਕਹਾ, ਪੰਚ ਬੱਟੀ ਸਮ ਠੌਰ, ਤਹਾਂ ਰਾਮ ਕਿਛ ਦਿਨ ਰਹੇ, ਈਹਾ ਗ੍ਰੰਥ ਸਿਰ ਮੋਰ। ਸਭ ਨੂੰ ਫਿਰ ਹੁਕਮ ਕੀਤਾ ਕਿ ਹੁਣ ਘਰਾਂ ਨੂੰ ਜਾਓ। ਬਾਬਾ ਬੁੱਢਾ ਜੀ ਨੂੰ ਵੀ ਅੰਮ੍ਰਿਤਸਰ ਭੇਜ ਦਿੱਤਾ। ਭਾਈ ਗੁਰਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਉੱਥੇ ਹੀ ਰਹਿ ਗਏ। ਨੇੜੇ ਆਉਣ ਦੀ ਸਭ ਨੂੰ ਮਨਾਹੀ ਕਰ ਦਿੱਤੀ ਗਈ। ਭਾਈ ਜੀ ਨੂੰ ਕਿਹਾ ਕਿ ਤੁਸੀਂ ਹੁਣ ਲਿਖਣ ਦਾ ਕੰਮ ਹੱਥ ਵਿੱਚ ਲਵੋ ਤਾਂ ਭਾਈ ਜੀ ਨੇ ਕਿਹਾ, ਮੇਰੇ ਲਈ ਬੜਾ ਹੀ ਕਠਿਨ ਹੈ, ਮੈਂ ਬੱਚੇ ਵਾਂਗ ਹਾਂ। ਮਹਾਰਾਜ ਜੀ ਨੇ ਕਿਹਾ, ਤੁਸੀਂ ਠੀਕ ਗੱਲ ਕਹੀ ਹੈ। ਬੱਚਾ ਤਾਂ ਸੁਣ ਕੇ ਉਹ ਹੀ ਬਚਨ ਬੋਲਦਾ ਹੈ ਜੋ ਉਸ ਨੂੰ ਅੰਦਰੋਂ ਸੁਣੇ ਹੋਣ। ਸੋ ਤੁਸੀਂ ਤਾਂ ਹੁਣ ਉਹ ਹੀ ਲਿਖਣਾ ਹੈ ਜੋ ਗੁਰੂ ਦੇ ਬਚਨ ਹਨ।
ਭਾਈ ਜੀ ਨੇ ਲਿਖਣ ਦਾ ਕੰਮ ਸੰਭਾਲ ਲਿਆ। ਮਹਾਰਾਜ ਨੇ ਪਹਿਲਾਂ ਆਪਣੇ ਹੱਥੀਂ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪਾਇਆ। ਫਿਰ ਭਾਈ ਜੀ ਨੇ ਲਿਖਣਾ ਸ਼ੁਰੂ ਕੀਤਾ। ਇੱਕ ਤਾ ਦੇ 4 ਹਿੱਸੇ ਕਰਕੇ ਲਿਖਦੇ ਰਹੇ। ਗੁਰੂ ਜੀ ਅੰਮ੍ਰਿਤ ਵੇਲੇ ਰਾਮ ਸਰ ਆ ਜਾਂਦੇ, ਜੋ ਭਾਈ ਜੀ ਲਿਖਦੇ ਦੇਖੀ ਜਾਂਦੇ। ਭਾਈ ਗੁਰਦਾਸ ਜੀ ਉੱਥੋਂ ਕਿਧਰੇ ਬਾਹਰ ਨਹੀਂ ਸੀ ਜਾਂਦੇ। ਗੁਰੂ ਜੀ ਲਿਖੇ ਹੋਏ ਨੂੰ ਬਾਅਦ 'ਚ ਉੱਥੋਂ ਅੰਮ੍ਰਿਤਸਰ ਦਰਬਾਰ ਸਾਹਿਬ ਆ ਜਾਂਦੇ। ਭਾਈ ਸਾਹਿਬ ਜੀ ਦੀ ਸੁਰਤ ਕਿੰਨੀ ਉੱਚੀ ਸੀ, ਇਸ ਦਾ ਅੰਦਾਜ਼ਾ ਲਗਾਓ ਕਿ ਜੋ ਗੁਰੂ ਅਰਜਨ ਜੀ ਬਾਣੀ ਉਚਾਰਦੇ, ਭਾਈ ਸਾਹਿਬ ਉਸੇ ਸਮੇਂ ਲਿਖੀ ਜਾਂਦੇ। ਸ੍ਰੀ ਗੁਰਮੁਖ ਤਿਹੁ ਬਾਕ ਅਲਾਵੈ, ਲਿਖਤ ਪੌਣ ਸੰਭਾਈ ਜਾਵੈ। ਅਤ ਪ੍ਰਸੰਨ ਮਨ ਭਾਈ ਹੋਏ, ਸ੍ਰੀ ਮੁਖ ਸੁਨੇ ਲਿਖੈ ਦੁਖ ਖੋਏ। ਇੱਕ ਦਿਨ ਗੁਰੂ ਅਰਜਨ ਦੇਵ ਜੀ ਤੇ ਭਾਈ ਗੁਰਦਾਸ ਜੀ ਇਸ਼ਨਾਨ ਕਰਕੇ ਬੇਰੀ ਹੇਠ ਬੈਠੇ ਸਨ ਤਾਂ ਗੁਰੂ ਅਰਜਨ ਜੀ ਦੇ ਮੂੰਹੋਂ ਨਿਕਲਿਆ ਕਿ ਘੋਰ ਕਲਯੁਗ ਆ ਰਿਹਾ ਹੈ। ਸੁਣਦੇ ਹੀ ਭਾਈ ਗੁਰਦਾਸ ਜੀ ਨੇ ਕਿਹਾ, ਕਿਰਪਾ ਦੇ ਸਾਗਰ, ਕਿਰਪਾ ਵੀ ਕਰੋ ਕਿ ਇਸ ਕਲਯੁਗ ਵਿੱਚ ਸਾਡੇ ਜੀਵਾਂ ਨੂੰ ਨਾ ਵਿਆਪੇ ਇਹ ਕਲਯੁਗ। ਮਹਾਰਾਜ ਨੇ ਬਚਨ ਕੀਤਾ ਕਿ ਰਾਹ ਤਾਂ ਇੱਕੋ ਹੈ, ਇਸ ਦੇ ਪ੍ਰਭਾਵ ਤੋਂ ਬਚਣ ਦਾ ਇੱਕ ਹੀ ਐਸਾ ਉਪਰਾਲਾ ਹੋਵੇ ਕਿ ਹਰ ਲਿਆ ਸਵਾਸ ਸਫਲਾ ਹੋਵੇ। ਮਨੌਤ ਹੈ ਕਿ ਮਨੁੱਖ ਦਿਹਾੜੀ ਦੇ ਵਿੱਚ 24,000 ਸਵਾਸ ਲੈਂਦਾ ਹੈ, ਪਰ ਧੰਦਿਆਂ ਵਿੱਚ ਪੈ ਕੇ ਸਭ ਹੀ ਵਿਅਰਥ ਗਵਾ ਦਿੰਦਾ ਹੈ। ਮਾਤਾ ਦੇ ਗਰਭ ਦੇ ਵਿੱਚ ਤਾਂ ਯਾਦ ਸਾਓ, ਪਰ ਸੰਸਾਰ ਵਿੱਚ ਆਉਂਦਿਆਂ ਹੀ ਭੁੱਲ ਜਾਂਦਾ ਹੈ। 24,000 ਸਵਾਸ ਨਰ ਲਈ, ਸੋ ਸਭ ਸਵਾਸ ਬਿਰਥੈ ਕਰ ਦੇਈ। ਨਿਸ ਦਿਨ ਮਾਇਆ ਕੈ ਮਦ ਮਾਤਾ, ਜਪੈ ਨ ਤਾਹੀਂ ਗਰਭ ਜੋਤਰਾਤਾ। ਇਹ ਸੁਣ ਕੇ ਭਾਈ ਜੀ ਨੇ ਬੇਨਤੀ ਕੀਤੀ ਕਿ ਤੁਸੀਂ ਹੀ ਕੋਈ ਢੰਗ ਦਰਸਾ ਜਾਓ ਤਾਂ ਕਿ ਸਵਾਸ ਬਿਰਥੇ ਨਾ ਜਾਣ। ਇਹ ਵਿਚਾਰਾਂ ਕਰਦੇ ਪਏ ਸਨ ਕਿ ਸੂਰਜ ਚੜ੍ਹ ਆਇਆ। ਆਪ ਜੀ ਨੇ ਸੁਖਮਨੀ ਉਚਾਰਨੀ ਆਰੰਭ ਕਰ ਦਿੱਤੀ। ਸੁਖਮਨੀ ਕੀ ਸੀ? ਮਾਨੋ ਮੋਤੀਆਂ ਦੀ ਮਾਲਾ ਹਿਰਦੇ ਵਿੱਚੋਂ ਪੈਦਾ ਕੀਤੀ। ਤਬ ਗੁਰਮੁਖ ਸੁਖਮਨੀ ਉਚਾਰੀ, ਮਣਿਕ ਮਾਨ ਮਾਨੋ ਉਰ ਧਾਰੀ। 24,000 ਅਛਰ ਇਹ ਧਰੇ, ਜਾ ਕੀ ਉਪਮਾ ਸ੍ਰੀ ਮੁਖ ਰਹੇ ਰਦੇ। ਸੁਖਮਨੀ ਸਾਹਿਬ ਦੀ ਰਚਨਾ ਹੋ ਜਾਣ ਤੇ ਇਹ ਵੀ ਫਰਮਾਇਆ ਕਿ ਪਾਠ ਕਰਨ ਵਾਲੇ ਨੂੰ ਰਾਜਸੂ ਜਗ ਜਿਤਨਾ ਫਲ ਪ੍ਰਾਪਤ ਹੋਵੇਗਾ। ਹੋਰ ਅੰਮ੍ਰਿਤ ਵੇਲੇ ਜਿਸ ਪ੍ਰੇਮ ਦੇ ਨਾਲ ਟਿਕ ਕੇ ਸੁਖਮਨੀ ਪੜ੍ਹੀ, ਉਸ ਨੂੰ ਚਾਰੇ ਪਦਾਰਥ ਪ੍ਰਾਪਤ ਹੋਣਗੇ। ਪ੍ਰਾਪਤ ਸਮੇਂ ਸੁਖਮਨੀ ਪੜ੍ਹੇ, ਕਉ ਹਿਤ ਧਾਰ, ਤਾ ਕੋ ਫਲ ਸਭ ਹੀ ਲਹੈ, ਸੁਨੇ ਲਹੈ ਫਲ ਚਾਰ। ਉਹ ਬੇਰੀ ਹੁਣ ਤੱਕ ਕਾਇਮ ਹੈ ਜਿਸ ਹੇਠ ਬੈਠ ਗੁਰੂ ਜੀ ਨੇ ਸੁਖਮਨੀ ਉਚਾਰੀ ਸੀ। ਉਹਨਾਂ ਲੋਕਾਂ ਨੂੰ ਵੀ ਗੁਰਬਿਲਾਸ ਨੇ ਝੁਠਲਾ ਦਿੱਤਾ ਹੈ ਜੋ ਕਹਿੰਦੇ ਨੇ ਕਿ ਸੁਖਮਨੀ ਉਚਾਰਦੇ ਗੁਰੂ ਜੀ 16ਵੀਂ ਪੌੜੀ ਉਚਾਰਨ ਬਾਅਦ ਅਟਕ ਗਏ ਤੇ ਬਾਬਾ ਸ੍ਰੀ ਚੰਦ ਨੇ ਆ ਕੇ 17ਵੀਂ ਦੇ ਸ਼ੁਰੂ ਵਿੱਚ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੀ ਸੱਚ ਦਾ ਸਲੋਕ ਲਿਖ ਕੇ ਅੱਗੇ ਉਚਾਰਨ ਲਈ ਕਿਹਾ ਸੀ। ਭਗਤਾਂ ਦੀ ਬਾਣੀ ਵੀ ਗੁਰੂ ਜੀ ਨੇ ਮੁਖੋਂ ਸੁਣਾ ਕੇ ਲਿਖਾਉਂਦੇ ਸਨ। ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਭਗਤਾਂ ਦੀ ਬਾਣੀ ਵੀ ਪ੍ਰਚਲਿਤ ਹੋ ਗਈ ਸੀ। ਗੁਰੂ ਅਰਜਨ ਜੀ ਦਾ ਜਵਾਨੀ ਸੁਣਾਉਣਾ ਦੱਸਦਾ ਹੈ ਕਿ ਭਗਤਾਂ ਦੀ ਬਾਣੀ ਕੰਠ ਸੀ। ਰਤਾ ਕੋ ਸ਼ੰਕਾ ਉਪਜਿਆ ਤਾਂ ਆਪ ਜੀ ਨੇ ਭਾਈ ਜੀ ਨੂੰ 15 ਭਗਤਾਂ ਦੇ ਪ੍ਰਤੱਖ ਦਰਸ਼ਨ ਵੀ ਕਰਾ ਦਿੱਤੇ। ਭਗਤ ਨਾਮ ਕਬ ਕਹਿਤ ਸੁਨਾਈ, ਕਬੀਰ ਤਲੋਚਨ ਬੇਣੀ ਜਾਨੋ। ਨਾਮਦੇਵ ਰਵਿਦਾਸ ਪਛਾਨੋ, ਫਰੀਦ ਧੰਨਾ ਭੀਖਨ ਜੈ ਦੇਵਾ। ਪੀਪਾ ਸਦਨਾ ਸੈਣ ਸਪੇਵਾ, ਪਰਮਾਨੰਦ ਰਾਮਾਨੰਦ ਗਏ। ਸੂਰਦਾਸ 15 ਹੀ ਪਏ ਅਧਿਆਏ ਚੌਥਾ। ਤੇ ਇੱਥੇ ਹੀ ਜਿਹੜੀਆਂ ਵਿਚਾਰਾਂ ਨੇ ਉਹਨਾਂ ਨੂੰ ਸੰਕੋਚਦੇ ਹਾਂ ਕਿਉਂਕਿ ਸਮਾਂ ਹੋਣ ਵਾਲਾ ਹੈ। ਤੇ
ਇਹ ਜਿਹੜਾ ਅਗਲਾ ਸ਼ਬਦ ਹੈ ਉਸ ਦੇ ਦੂਜੇ ਪਾਰ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਨ ਸਰਵਣ ਕਰੋਗੇ ਤੇ ਇੱਥੇ ਹੀ ਆਪ ਤੋਂ ਵਿਦਾਇਗੀ ਲੈਂਦੇ ਹਾਂ ਤੇ ਹੋਈਆਂ ਗਲਤੀਆਂ ਭੁੱਲਣ ਚੁੱਕਣ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मोहन घर आओ, करो जो दरिया, 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 करो जो दरिया, करो जो दरिया। मोहन घर आओ, करो जो दरिया, मोहन घर आओ, करो जो दरिया, मोहन घर आओ, करो जो दरिया, मान करो अभिमान बोलो, मान करो अभिमान बोलो, मन करो अभिमान बोलो, मान करो अभिमान बोलो, मान करो अभिमान बोलो, मन करो अभिमान बोलो, भूल चूक तेरी प्रिय चिड़िया, मोहन घर आओ, करो जो दरिया, मोहन घर आओ, करो जो दरिया। मोहन घर आओ, मोहन घर आओ, मोहन घर आओ, मोहन घर आओ, करो जो दरिया, मोहन घर आओ, करो जो दरिया, मोहन घर आओ, करो जो
गुरलाहे पार दो कोई कृपाल गुरलाहे पार दो कोई कृपाल गुरलाहे पार दो मिलो लाल मन हरिया मिलो लाल मन हरिया मिलो लाल मन हरिया मिलो लाल मन हरिया मोहन घर आओ करो जुदरिया मोहन घर आओ करो जुदरिया मोहन घर आओ करो जुदरिया